जी दोस्तों, ਤੁਹਾਡਾ ਬਹੁਤ-ਬਹੁਤ ਸਵਾਗਤ। ਪੰਜਾਬ ਸਾਹਿਤ ਅਕੈਡਮੀ ਵੱਲੋਂ ਜੋ ਪੰਜਾਬ ਕਲਾ ਪਰਿਸ਼ਦ ਦਾ ਇੱਕ ਸਰਗਰਮ ਅਦਾਰਾ ਹੈ, ਉਹਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਆਪਾਂ ਇਸ ਕੋਰੋਨਾ ਮਹਾਮਾਰੀ ਦੇ ਵਿੱਚ ਸੰਕਟ ਕਾਲ ਤੇ ਅਸੀਂ ਲੜੀ ਦੇ ਤਹਿਤ ਅੱਜ 6ਵੇਂ ਪ੍ਰੋਗਰਾਮ ਦੇ ਵਿੱਚ 6ਵੇਂ ਐਪੀਸੋਡ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਤੇ ਇਸ ਐਪੀਸੋਡ ਦੇ ਵਿੱਚ ਸਾਡੇ ਨਾਲ ਸਾਨੂੰ ਬਹੁਤ ਮਾਣ ਹੈ ਇਸ ਗੱਲ ਦਾ ਕਿ ਸਾਡੇ ਸਮਿਆਂ ਦੇ ਜਿਹੜੇ ਸਿਰਮੌਰ ਸ਼ਾਇਰ ਨੇ ਸੁਰਜੀਤ ਪਾਤਰ, ਅੱਜਕੱਲ ਡਾਕਟਰ ਸੁਰਜੀਤ ਪਾਤਰ ਤੇ ਇਸ ਤੋਂ ਵੀ ਅੱਗੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ, ਇਸ ਤੋਂ ਵੀ ਅੱਗੇ ਪਦਮ ਸ਼੍ਰੀ ਭਾਰਤੀ ਸਾਹਿਤ ਅਕੈਡਮੀ ਦੇ ਅਵਾਰਡ ਜੇਤੂ, ਬਹੁਤ ਜ਼ਿਆਦਾ ਜਿੰਨੇ ਵੀ ਆਪਾਂ ਇਹਨਾਂ ਦੇ ਨਾਲ ਇਸ ਤਰ੍ਹਾਂ ਦੇ ਖਿਤਾਬ ਤੇ ਪਦਵੀਆਂ ਜੋੜ ਲਈਏ ਉਹ ਘੱਟ ਨੇ। ਸੋ ਅਸੀਂ ਬਹੁਤ ਮਾਣ ਨਾਲ ਡਾਕਟਰ ਸੁਰਜੀਤ ਪਾਤਰ ਹੋਰਾਂ ਦਾ ਸਵਾਗਤ ਕਰਦੇ ਹਾਂ। ਪਾਤਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। बहुत शुक्रिया कुलदीप जी। ਜੀ ਪਾਤਰ ਸਾਹਿਬ ਹੋਰਾਂ ਨੇ ਕਿਤੇ ਲਿਖਿਆ ਸੀ ਕਿ ਇੱਕ ਖਾਬ ਦੇ ਤੇ ਕਿਤਾਬ ਦੇ ਇੱਕ ਇੰਤਜ਼ਾਰ ਦੇ ਤੇ ਫਿਰ ਭਾਵੇਂ ਉਮਰ ਪਰ ਕਿਤੇ ਖਿਲਾਰ ਦੇ, ਇਹ ਤੇਗ ਪਾਸੇ ਰੱਖਦੇ ਜੇ ਮੈਨੂੰ ਮਾਰਨਾ, ਸੀਨੇ ਚ ਕੋਈ ਸ਼ਬਦ ਕੋਈ ਸੁਰ ਉਤਾਰਦੇ। ਅੱਜ ਸ਼ਬਦਾਂ ਤੇ ਸੁਰਾਂ ਦੇ ਸਰਤਾਜ ਡਾਕਟਰ ਸੁਰਜੀਤ ਪਾਤਰ ਸਾਡੇ ਨਾਲ ਨੇ। ਇਹਨਾਂ ਦਾ ਬਹੁਤ ਕੁਝ ਛਪਾਇਆ, ਬਹੁਤ ਕਿਤਾਬਾਂ ਇਹਨਾਂ ਦੀਆਂ ਪ੍ਰਕਾਸ਼ਿਤ ਹੋਈਆਂ ਨੇ। ਹਵਾ ਵਿੱਚ ਲਿਖੇ ਹਰਫ ਤੋਂ ਲੈ ਕੇ ਚੰਨ ਸੂਰਜ ਦੀ ਬੇਗੀ ਤੱਕ ਬਹੁਤ ਸਾਰੇ ਅਵਾਰਡ ਤੇ ਮਾਨ ਸਨਮਾਨ ਮਿਲੇ ਨੇ। ਇਹਨਾਂ ਨੇ ਬਹੁਤ ਸਾਰੇ ਨਾਟਕਾਂ ਦਾ ਰੂਪਾਂਤਰਨ ਕੀਤਾ ਹੈ। ਕਹਿਣ ਦਾ ਭਾਵ ਬਹੁਤ ਲੰਮੀ ਫਹਿਰਿਸਤ ਹੈ। ਆਪਾਂ ਤੁਸੀਂ ਸਾਰੇ ਜਾਣਦੇ ਹੋ, ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ, ਇਸ ਕਰਕੇ ਸਮੇਂ ਨੂੰ ਇਸ ਰੂਪ ਦੇ ਵਿੱਚ ਆਪਾਂ ਜਾਇਆ ਨਹੀਂ ਕਰਦੇ ਹੈਗੇ। ਆਪਾਂ ਬਹੁਤ ਸਾਰੀਆਂ ਗੱਲਾਂ ਪਾਤਰ ਸਾਹਿਬ ਤੋਂ ਸੁਣੀਆਂ ਨੇ ਤੇ ਨਾਲ ਹੀ ਸਾਡੇ ਪਾਤਰ ਸਾਹਿਬ ਦੇ ਨਾਲ ਇੱਕ ਪੋਇਟ ਦੇ ਤੌਰ ਤੇ ਅੱਜ ਆਪਾਂ ਇੰਟਰੋਡਿਊਸ ਕਰ ਰਹੇ ਹਾਂ ਨਰਿੰਦਰਪਾਲ ਕੌਰ। ਨਰਿੰਦਰਪਾਲ ਕੌਰ ਪੰਜਾਬੀ ਦੀ ਉੱਭਰਦੀ ਕੁੜੀਆਂ ਦੇ ਵਿੱਚੋਂ ਇੱਕ ਹੈ। ਪ੍ਰੈਕਟਿਸ ਦੀ ਖੁਸ਼ਬੂ ਇਹਨਾਂ ਦੀ ਜਿਹੜੀ ਕਵਿਤਾ ਦੀ ਕਿਤਾਬ ਹੈ ਤੇ ਇਸ ਤੋਂ ਇਲਾਵਾ ਇਹਨਾਂ ਨੇ ਬਾਲ ਸਾਹਿਤ ਦੇ ਖੇਤਰ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ। ਹੁਣ ਇਹਨਾਂ ਦੀ ਹਰਨੋਟਾ ਤੇ ਸੋਨੇ ਦੀਆਂ ਕੁੜੀਆਂ ਨਾਂ ਦੀ ਕਿਤਾਬ ਆਈ ਹੈ ਤੇ ਕੁਝ ਬਾਲ ਸਾਹਿਤ ਦੀਆਂ ਕਿਤਾਬਾਂ ਦਾ ਇਹਨਾਂ ਨੇ ਅਨੁਵਾਦ ਵੀ ਕੀਤਾ ਹੈ। ਸੋ ਇਹਨਾਂ ਦੋਨਾਂ ਹਸਤੀਆਂ ਦਾ ਮੇਰੇ ਵੱਲੋਂ ਬਹੁਤ-ਬਹੁਤ ਸਵਾਗਤ ਹੈ, ਪੰਜਾਬ ਸਾਹਿਤ ਅਕੈਡਮੀ ਵੱਲੋਂ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਸਵਾਗਤ ਕਰਨ ਲਈ ਬੇਨਤੀ ਕਰਦਾ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਕਿ ਉਹ ਪੰਜਾਬ ਸਾਹਿਤ ਅਕੈਡਮੀ ਵੱਲੋਂ ਡਾਕਟਰ ਸੁਰਜੀਤ ਪਾਤਰ ਹੋਰਾਂ ਨੂੰ ਜੀ ਆਇਆਂ ਕਹਿਣ। ਸਾਡੇ ਅੱਜ ਦੇ ਇਸ ਸੰਵਾਦ ਦੇ ਹਸਤੀ ਡਾਕਟਰ ਸੁਰਜੀਤ ਪਾਤਰ ਜੀ ਦਾ ਬਹੁਤ ਬਹੁਤ ਸਵਾਗਤ। ਵੈਸੇ ਤੇ ਸਾਡੇ ਘਰ ਦੇ ਛੱਤਰ ਛਾਇਆ ਚ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ, ਉਲੀਕੇ ਨੇ ਇਹਨਾਂ ਦੀ ਸੋ ਜੀ ਦਾ ਬਹੁਤ ਬਹੁਤ ਸ਼ਾਇਰ ਨਰਿੰਦਰ ਜਿਨ੍ਹਾਂ ਦੇ ਰਸੋਈ ਦੀ ਖੁਸ਼ਬੂ ਮੈਂ ਅੱਜ ਇਹ ਗੱਲ ਚਾਹਾਂਗੀ ਕਿ ਜਿਹੜਾ ਮਾਈਕ म्यूट कर दो जी प्लीज सारे आप। कानों को लगाने में है। हेलो डॉक्टर साहब ਤੁਸੀਂ ਸਾਰਿਆਂ ਦੇ ਅਨਮਿਊਟ ਕਰ ਦਿਓ ਜੀ, ਮਿਊਟ ਕਰ ਦਿਓ ਸਾਰਿਆਂ ਦੇ। वो सुनानी है कल और वो है गजल की मीटिंग है। हाँ कहाँ पढ़े हैं प्रोग्राम दी मैम ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। डॉक्टर प्रेम सिंह जी सत श्री अकाल। जी जी ਅਸੀਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਇਸ ਪ੍ਰੋਗਰਾਮ ਦੀ ਅੱਜ ਜਦੋਂ ਸਾਡੇ ਆਰਟਸ ਕੌਂਸਲ ਦੇ ਵਿੱਚ ਗੱਲ ਹੋਈ ਤੇ ਉੱਥੇ ਪੱਤਰਕਾਰ ਉਹ ਆਏ ਇੱਥੇ ਘਰੇ ਮੇਰੇ ਕੋਲ ਸਪੈਸ਼ਲੀ ਇਸ ਪ੍ਰੋਗਰਾਮ ਬਾਰੇ ਪੁੱਛਣ ਦੇ ਲਈ। ਪੀਟੀਸੀ ਤੋਂ ਪੱਤਰਕਾਰ ਸੀਗੇ ਔਰ ਉਹਨਾਂ ਨੂੰ ਇਹ ਪ੍ਰੋਗਰਾਮ ਬਾਰੇ ਜਦੋਂ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਗੱਲਾਂ ਸੁਣੀਆਂ
ਤਾਂ ਉਹ ਬਹੁਤ ਖੁਸ਼ ਹੋਏ ਔਰ ਇਹਦੀ ਰਿਕਾਰਡਿੰਗ ਕਰਕੇ ਗਏ ਔਰ ਬਹੁਤ ਛੇਤੀ ਉਹ ਜਿਹੜੀ ਆ ਉਹ PTC ਤੇ ਆਏਗੀ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਜਿਹੜੀ ਸਾਡੀ ਸਮੇਂ ਦੀ ਲੋੜ ਹੈ ਉਹ ਆਪਣਾ ਬਚ ਬਚਾਓ, ਸਿਹਤ ਜਿਹੜੀ ਆ ਉਹਦੇ ਪੱਖ ਤੋਂ ਅਸੀਂ ਸੁਰੱਖਿਅਤ ਰਹੀਏ ਤੇ ਨਾਲ ਦੇ ਨਾਲ ਮਾਨਸਿਕ ਅਵਸਥਾ ਨੂੰ ਵੀ ਚੜ੍ਹਦੀ ਕਲਾ 'ਚ ਰੱਖੀਏ। ਸੋ ਮੈਨੂੰ ਪਤਾ ਹੈ ਕਿ ਹਾਲਾਤ ਨਾ ਖੁਸ਼ਗਵਾਰ ਨੇ, ਅਸੀਂ ਇਹਦੇ 'ਚ ਕੋਈ ਬਹੁਤ ਜ਼ਿਆਦਾ ਤੇ ਨਹੀਂ ਭਾਵੇਂ ਕਰ ਪਾ ਰਹੇ, ਪਰ ਇਹ ਜਿਹੜਾ ਜ਼ਰੀਆ ਸਾਨੂੰ ਲੱਭਾ ਹੈ ਆਨਲਾਈਨ, ਹੌਲੀ ਹੌਲੀ ਅਸੀਂ ਸਿੱਖ ਵੀ ਗਏ ਹਾਂ। ਸਾਡੇ ਕੋਲ ਸਾਧਨ ਵੀ ਉਹਨੇ, ਅਸੀਂ ਐਕਸਪਰਟ ਨਹੀਂ ਹੁੰਦੇ ਕਿ ਆਨਲਾਈਨ ਅਸੀਂ ਇਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਕਰ ਸਕੀਏ, ਪਰ ਕਿਉਂਕਿ ਇਹਦੇ ਨਾਲ ਹੀ ਸਾਡੇ ਕੋਲ ਬਹੁਤ ਸਾਰੇ ਲੇਖਕ, ਦਰਸ਼ਕ, ਵਿਦਿਆਰਥੀ ਜੁੜ ਚੁੱਕੇ ਨੇ ਅੱਗੇ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਨੇ ਉਹ ਸਾਡੇ ਨਾਲ ਜੁੜਨ, ਦੇਸ਼ ਤੋਂ ਸਾਡੇ ਨਾਲ ਜੁੜੇ ਨੇ। ਔਰ ਇੱਕ ਇਹ ਵੀ ਬਹੁਤ ਪਿਆਰੀ ਗੱਲ ਹੈ ਕਿ ਲੰਡਨ ਮਾਰਚ ਨਹੀਂ ਆ ਪਾਉਂਦੇ ਸੀ ਜਿਹੜੇ ਉਸ ਵੇਲੇ, ਇੱਕ ਸੀਮਤ ਹੁੰਦਾ ਕਿ ਜੇ ਚੰਡੀਗੜ੍ਹ ਪ੍ਰੋਗਰਾਮ ਹੈ ਜਾਂ ਬਠਿੰਡੇ ਜਾਂ ਮਾਨਸਾ 'ਚ ਪ੍ਰੋਗਰਾਮ ਹੈ ਤਾਂ ਉੱਥੋਂ ਤੱਕ ਸੀਮਤ ਹੁੰਦਾ ਸੀ। ਇੱਕ ਏਰੀਏ ਦੇ ਦਰਸ਼ਕ, ਇੱਕ ਏਰੀਏ ਦੇ ਪਾਠਕ ਸਾਡੇ ਨਾਲ ਜੁੜਦੇ ਸੀ, ਲੇਖਕ ਜੁੜਦੇ ਸੀ। ਪਰ ਹੁਣ ਇਹ ਜਿਹੜਾ ਸਮਾਂ ਹੈ ਆਨਲਾਈਨ ਜਿਹੜੇ ਅਸੀਂ ਪ੍ਰੋਗਰਾਮ ਕਰਦੇ ਉਹਦੇ ਨਾਲ ਸੀਮਾ ਕਿਤੇ ਦੀ ਕੋਈ ਕਰ ਰਹੇ ਹਾਂ, ਗੱਲਾਂ ਕਰ ਰਹੇ ਹਾਂ ਤੇ ਇੱਕ ਦੂਜੇ ਸਾਂਝ ਜਿਹੜੀ ਹੈ, ਚਾਹੇ ਕਿ ਫਿਜ਼ੀਕਲ ਡਿਸਟੈਂਸ ਜਿਹਨੂੰ ਸਮਾਜਿਕ ਦੂਰੀ ਵੀ ਕਹਿ ਦਿੰਦੇ ਆ, ਪਰ ਸਾਡੇ ਮਨ ਜਿਹੜੇ ਨੇ ਉਹ ਹੋਰ ਕਰੀਬ ਆ ਰਹੇ ਨੇ ਇਸ ਪ੍ਰੋਗਰਾਮ ਦੇ ਜ਼ਰੀਏ। ਸੋ ਅਸੀਂ ਕਿ ਸਾਰੇ ਹੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਸਾਰੇ ਜਣੇ ਜੁੜੀ ਇਸ ਸੰਕਟ ਦੀ ਜੋ ਸਬਲ ਹੋ ਕੇ ਨਿਕਲੀਏ। ਇਹਨਾਂ ਸ਼ਬਦਾਂ ਨਾਲ ਕਰੀ ਫੇਰ ਨਰਿੰਦਰ ਮੈਨੂੰ ਪਤਾ ਹੈ ਪੜ੍ਹਨਾ ਨਹੀਂ ਗਾ। ਪਲੀਜ਼ ਮੈਂ ਇੱਕ ਵਾਰੀ ਫੇਰ ਰਿਕੁਐਸਟ ਕਰਦਾ, ਮੈਂ ਜਿਹੜੇ ਮੇਰੇ ਤੁਸੀਂ ਆਵਾਜ਼ ਸੁਣ ਰਹੇ ਹੋ, ਮੈਂ ਬਾਰ-ਬਾਰ ਤੁਹਾਡੇ ਮਾਈਕ ਬੰਦ ਵੀ ਕਰ ਰਿਹਾ ਹਾਂ, ਪਰ ਫਿਰ ਵੀ ਕੁਝ ਮਾਈਕ ਖੁੱਲੇ ਰਹਿ ਜਾਂਦੇ ਨੇ, ਆਪਣੇ ਮਾਈਕਾਂ ਨੂੰ ਮਿਊਟ ਕਰ ਲਓ ਪਲੀਜ਼। ਬਹੁਤ ਬਹੁਤ ਧੰਨਵਾਦ ਡਾਕਟਰ ਸਰਬਜੀਤ ਕੌਰ ਸੋਹਲ ਮੈਮ, ਤੁਸੀਂ ਸਾਰਿਆਂ ਨੂੰ ਵੈਲਕਮ ਕਿਹਾ। ਕਿ ਹੁਣ ਮੈਂ ਨਰਿੰਦਰਪਾਲ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਅੱਜ ਆਉਣ ਤੇ ਆਪਣੇ ਹਿੱਸੇ ਦੀ ਜੋ ਕਵਿਤਾ ਉਹਨਾਂ ਨੇ ਪੜ੍ਹਨੀ ਹੈ 5 ਤੋਂ ਲੈ ਕੇ 6 ਮਿੰਟ ਦੇ ਵਿੱਚ ਆਪਣੀ ਸਿਰਜਣਾ, ਕੋਈ ਸੰਕਟ ਕਾਲ ਦੇ ਦੌਰ ਦੀ ਸਿਰਜਣਾ ਸਾਡੇ ਦਰਸ਼ਕਾਂ ਨਾਲ, ਸਾਡੇ ਵਿਊਅਰ ਨਾਲ ਸਾਂਝੀ ਕਰਨਗੇ। ਨਰਿੰਦਰਪਾਲ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿਕਾਰਯੋਗ ਪਾਤਰ ਸਾਹਿਬ ਡਾਕਟਰ ਸਰਬਜੀਤ ਕੌਰ ਸੋਹਲ, ਸਤੀਸ਼ ਵਰਮਾ ਜੀ, ਡਾਕਟਰ ਦੀਪ, ਜ਼ੂਮ ਤੇ ਫੇਸਬੁੱਕ ਤੇ ਜੁੜੇ ਦੋਸਤੋ, ਤੁਹਾਨੂੰ ਸਾਰਿਆਂ ਨੂੰ ਮੇਰਾ ਆਦਾਬ। ਤੇ ਮੈਂ ਬਿਨਾਂ ਦੇਰੀ ਦੇ ਤੁਹਾਡੇ ਸਾਹਮਣੇ ਆਪਣੀਆਂ ਨਜ਼ਮਾਂ ਰੱਖਣ ਲੱਗੀ ਆ। ਮੇਰੀ ਪਹਿਲੀ ਨਜ਼ਮ ਜੋ ਮੈਂ ਅੱਜ ਹੀ ਲਿਖੀ ਹੈ, ਗੰਢ। ਹਾਂਜੀ, ਕਵਿਤਾ ਦਾ ਨਾਂ ਹੈ ਜੀ ਗੰਢ। ਸੁਪਨਿਆਂ ਦੀ ਗਠੜੀ ਚੁੱਕੀ ਆਇਆ ਸੀ ਬਿਰਜੂ, ਸੁਪਨਿਆਂ ਦੀ ਗਠੜੀ ਚੁੱਕੀ ਆਇਆ ਸੀ ਬਿਰਜੂ, ਹੁਣ ਉਹ ਨੀਵੀਂ ਬਸਤੀ ਦੇ ਡੂੰਘੇ ਕਮਰੇ 'ਚ ਰਹਿੰਦਾ ਹੈ। ਬਿਰਜੂ ਦੇ ਪਰਿਵਾਰ ਸੰਗ ਰਹਿੰਦੇ ਨੇ ਖਟਮਲ, ਮੱਛਰ, ਨਿੱਕੀਆਂ ਡੱਡੀਆਂ। ਬਿਰਜੂ ਦੀ ਨਮੂਨੀ ਕੀਮਤ ਘਟਦੀ ਸਿਫਰ ਹੋ ਗਈ, ਰੋਟੀ ਦੀ ਕੀਮਤ ਵੱਧਦੀ ਅਨੰਤ ਹੋ ਗਈ। ਬਿਰਜੂ ਖਾਲੀ ਜੇਬ ਲੈ, ਬਿਰਜੂ ਖਾਲੀ ਜੇਬ ਲੈ, ਪੈਰਾਂ ਦੀਆਂ ਤਲੀਆਂ ਪਹਿਨ ਪੈਰਾਂ 'ਚ, ਖਾਂਸੀ ਬੁਖਾਰ ਦੀ ਦਵਾਈ ਲੈਣ ਜਾਂਦਾ ਗਲੀ। ਤੁਹਾਡਾ ਮਾਈਕ ਬੰਦ ਹੋ ਗਿਆ ਜੀ। ਹਾਂਜੀ ਸਰ, ਆ ਰਹੀ ਆਵਾਜ਼ ਜੀ? ਆ ਰਹੀ ਹੈ ਬਿਲਕੁਲ। ਹਾਂਜੀ ਬੋਲੋ। ਬਿਰਜੂ ਦੀ ਨਗੂਣੀ ਕੀਮਤ ਘਟਦੀ ਸਿਫਰ ਹੋ ਗਈ, ਰੋਟੀ ਦੀ ਕੀਮਤ ਵੱਧਦੀ ਅਨੰਤ ਹੋ ਗਈ। ਬਿਰਜੂ ਖਾਲੀ ਜੇਬ ਲੈ, ਪੈਰਾਂ ਦੀਆਂ ਤਲੀਆਂ ਪਹਿਨ ਪੈਰਾਂ 'ਚ, ਖਾਂਸੀ ਬੁਖਾਰ ਦੀ ਦਵਾਈ ਲੈਣ ਗਲੀ ਭਟਕਦਾ
ਪੁਲਿਸ ਦੇ ਡੰਡੇ ਖਾਂਦਾ, ਖਾਲੀ ਹੱਥ ਪਰਤਦਾ। ਜੀ ਸਿੱਲੇ ਕਮਰੇ 'ਚ ਜਨਕ ਦੁਲਾਰੀ, ਖੰਘਦੀ ਖੰਘਦੀ ਹੰਭ ਜਾਂਦੀ ਹੈ। ਸਿੱਲੇ ਕਮਰੇ 'ਚ ਜਨਕ ਦੁਲਾਰੀ, ਖੰਘਦੀ ਖੰਘਦੀ ਹੰਭ ਜਾਂਦੀ ਹੈ। ਬਿਰਜੂ ਪੈੜ ਚਾਲ ਸੁਣ ਬੂਹਾ ਢੋਂਦਾ। ਬਿਰਜੂ ਪੈੜ ਚਾਲ ਸੁਣ ਬੂਹਾ ਢੋਂਦਾ, ਪੈੜ ਚਾਲ ਨੂੰ ਬੋਲ ਸੁਣਾਉਂਦਾ। ਜਨਕ ਦੁਲਾਰੀ ਐਨੀ ਖੁਸ਼ ਨਾ ਹੋਇਆ ਕਰ, ਹੱਸਦੇ ਹਾਂ ਤੈਨੂੰ ਹੱਥੂ ਆਉਂਦਾ, ਹੱਥੂ ਦੇ ਨਾਲ ਖਾਂਸੀ ਛਿੜਦੀ। ਆਪਣੇ ਅਥਰੂ ਕੋਇਆਂ ਦੇ ਵਿੱਚ ਮਸਾਂ ਲੁਕਾਉਂਦਾ, ਆਪਣੇ ਅਥਰੂ ਕੋਇਆਂ ਦੇ ਵਿੱਚ ਮਸਾਂ ਲੁਕਾਉਂਦਾ। ਬੰਦ ਬੂਹੇ ਨਾਲ ਪਿੱਠ ਘਸਾਉਂਦਾ, ਧਰਤੀ ਤੇ ਡਿੱਗਦਾ ਬਿਰਜੂ, ਜਨਕ ਦੁਲਾਰੀ ਦੇ ਜੱਖ ਹੋ ਗਏ ਮੱਥੇ ਤੇ ਹੱਥ ਧਰਦਾ। ਮੱਛਰਾਂ ਨੇ ਲੜਨਾ ਸੀ, ਤਾਪ ਨੇ ਚੜਨਾ ਸੀ, ਸੁਪਨਿਆਂ ਨੇ ਮਰਨਾ ਸੀ। ਹੁਣ ਬਿਰਜੂ ਲਈ ਮੱਕਾ ਹੋ ਗਿਆ ਉਸਦਾ ਗਾਮ, ਉਸਦਾ ਘਰ। ਹੁਣ ਬਿਰਜੂ ਲਈ ਮੱਕਾ ਹੋ ਗਿਆ ਉਸਦਾ ਗਾਮ, ਉਸਦਾ ਘਰ। ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਤੇ ਦੂਸਰੀ ਕਵਿਤਾ ਜੀ ਮੈਨੂੰ ਥੋੜੇ ਦਿਨ ਪਹਿਲਾਂ ਉਹ ਔੜੀ ਹਿੰਦੀ 'ਚ ਸੀ, ਪਰ ਮੈਂ ਉਹਨੂੰ ਪੰਜਾਬੀ 'ਚ ਉਲਥਾ ਕਰ ਲਿਆ। ਕਵਿਤਾ ਦਾ ਸਿਰਲੇਖ ਹੈ ਜੀ ਤਲਾਕ। ਹਾਂਜੀ, ਸੁਣ ਰਹੀ ਹੈ ਜੀ ਆਵਾਜ਼ ਸਰ? ਹਾਂ ਬਿਲਕੁਲ ਬਿਲਕੁਲ। ਹਾਂਜੀ। ਦਿਨ 'ਚ ਕਿੰਨੀ ਵਾਰ ਬੋਲਦੀ ਹਾਂ ਤਲਾਕ ਤਲਾਕ ਤਲਾਕ, ਕੋਈ ਸੁਣਦਾ ਹੀ ਨਹੀਂ। ਦਿਨ 'ਚ ਕਿੰਨੀ ਵਾਰ ਬੋਲਦੀ ਹਾਂ ਤਲਾਕ ਤਲਾਕ ਤਲਾਕ, ਕੋਈ ਸੁਣਦਾ ਹੀ ਨਹੀਂ। ਰਸੋਈ 'ਚ ਆਟਾ ਗੁੰਨਦੀ, ਸਬਜ਼ੀ ਕੱਟਦੀ, ਬੋਲਦੀ ਹਾਂ ਤਲਾਕ। ਤੂੰ ਆਉਂਦਾ ਹੈ, ਜ਼ੋਰ ਜ਼ੋਰ ਦੀ ਚੀਖਦਾ ਹੈ, ਚੁੱਲ੍ਹਾ ਜਲਾਓ, ਗੋਸ਼ਤ ਪਕਾਓ, ਜ਼ੋਰਾਂ ਦੀ ਭੁੱਖ ਲੱਗੀ ਹੈ। ਝਾੜੂ ਬਰਤਨ ਪੋਚਾ ਕਰਦੀ, ਝਾੜੂ ਬਰਤਨ ਪੋਚਾ ਕਰਦੀ, ਟਾਇਲਟ ਸਾਫ਼ ਕਰਦੀ, ਗੰਧ ਸਿਰ ਨੂੰ ਚੜਦੀ। ਉੱਚੀ ਉੱਚੀ ਬੋਲਦੀ ਹਾਂ ਤਲਾਕ। ਤੂੰ ਆਉਂਦਾ ਹੈ, ਜ਼ੋਰ ਦੀ ਚੀਖਦਾ ਹੈ, ਜਲਦੀ ਹਟਾ ਦੁਰਗੰਧ, ਮੈਂ ਟਾਇਲਟ ਜਾਣਾ ਹੈ, ਕੋਈ ਸੁਣਦਾ ਹੀ ਨਹੀਂ। ਤੂੰ ਧੀਮੀ ਜਿਹੀ ਇੱਕ ਵਾਰ ਬੋਲਦਾ ਤਲਾਕ, ਪੂਰਾ ਗਲੀ ਮੁਹੱਲਾ ਸ਼ਹਿਰ ਸੁਣ ਲੈਂਦਾ ਹੈ। ਤੂੰ ਇੱਕ ਵਾਰ ਧੀਮੀ ਜਿਹੀ ਬੋਲਦਾ ਤਲਾਕ, ਪੂਰਾ ਗਲੀ ਮੁਹੱਲਾ ਸ਼ਹਿਰ ਸੁਣ ਲੈਂਦਾ ਹੈ। ਮੈਨੂੰ ਘਰੋਂ ਘੜੀਸ ਕੇ ਘਰੋਂ ਬਾਹਰ ਕੱਢਣ ਲੱਗਦਾ ਹੈ। ਮੈਂ ਹੁਣੇ ਫਿਰ ਬੋਲਿਆ ਤਲਾਕ, ਸੁਣਿਆ ਤੂੰ? ਮੈਂ ਵੀ ਨਹੀਂ ਸੁਣਿਆ, ਪਰ ਹੁਣ ਮੈਂ ਸੁਣਨਾ ਚਾਹੁੰਦੀ ਹਾਂ ਆਪਣੇ ਆਪ ਨੂੰ, ਪਰ ਮੈਂ ਹੁਣ ਸੁਣਨਾ ਚਾਹੁੰਦੀ ਹਾਂ ਆਪਣੇ ਆਪ ਨੂੰ। ਬਹੁਤ ਵਧੀਆ, ਬਹੁਤ ਵਧੀਆ। ਥੈਂਕ ਯੂ ਜੀ। ਤੇ ਤੀਸਰੀ ਛੋਟੀ ਜੀ ਨਜ਼ਮ ਹੈ ਮੇਰੀ ਸਰੋਂ। ਤੇ ਇਹ ਸਰੋਂ ਵੀ ਮੈਂ ਜਿੱਦੇ ਲੋਕਡਾਊਨ ਹੋਇਆ ਜੀ ਪਹਿਲੇ ਦਿਨ ਹੀ ਲਿਖਿਆ, ਕਮਾਲ ਕਰ। ਥੈਂਕ ਯੂ ਜੀ। ਔਰ ਸਰੋਂ ਜੀ ਮੈਂ ਜਿਸ ਦਿਨ ਲੋਕਡਾਊਨ ਹੋਇਆ ਪਹਿਲੇ ਦਿਨ, ਉਸ ਦਿਨ ਲਿਖੀ ਸੀ ਸਰੋਂ ਦੇਖ ਕੇ, ਤੇ ਆਉਂਦੇ ਵੀ ਕੋਈ ਮਾੜੀ ਖਬਰ ਸੁਣੀ ਸੀ। ਸਰੋਂ ਕਵਿਤਾ ਦਾ ਨਾਂ ਹੈ ਜੀ ਸਰੋਂ। ਸਰੋਂ ਭੂਰੀ ਮਿੱਟੀ ਸਲੇਟੀ ਭੂਰੇ ਸਰੋਂ ਦੇ ਮੋਤੀ, ਭੂਰੀ ਮਿੱਟੀ ਸਲੇਟੀ ਭੂਰੇ ਸਰੋਂ ਦੇ ਮੋਤੀ, ਭੋਏ ਪਏ ਉੱਠ ਖੜੇ ਹਰੇ ਹੋਏ। ਸਰੋਂ ਹਰੀ ਹੋਈ ਹਰੀ ਤੋਂ ਪੀਲੀ, ਸਰੋਂ ਹਰੀ ਹੋਈ ਹਰੀ ਤੋਂ ਪੀਲੀ, ਸਰੋਂ ਵਧੀ ਫੁੱਲੀ ਫਲੀ ਤੇ ਝੁਕ ਗਈ। ਸਫ਼ਰ ਚ ਰਲਦੀ ਰਹੀ ਮਜ਼ਦੂਰ ਤੇ ਕਿਸਾਨ ਦੇ ਮੁੜਕੇ ਦੀ ਖੁਸ਼ਬੂ, ਸਫ਼ਰ ਚ ਰਲਦੀ ਰਹੀ ਮਜ਼ਦੂਰ ਤੇ ਕਿਸਾਨ ਦੇ ਮੁੜਕੇ ਦੀ ਖੁਸ਼ਬੂ, ਪੀਲਿਆਂ ਫੁੱਲਾਂ ਚ ਟਹਿਕਦੇ ਸੁਪਨੇ। ਕਿਸਾਨ ਵੱਟ ਤੇ ਨੀਵੀਂ ਪਾਈ ਬੈਠਾ ਹੈ, ਕਿਸਾਨ ਵੱਟ ਤੇ ਨੀਵੀਂ ਪਾਈ ਬੈਠਾ ਹੈ, ਮਜ਼ਦੂਰ ਖੇਤ ਦੇ ਪਹੇ ਤੇ ਖੜਾ ਹੈ। ਮੇਲੋਂ ਨੂੰ ਦਿਸਦੀ ਮੋਟਰ ਦੇ ਕਮਰੇ ਚ ਸਪਰੇ ਦੀ ਸ਼ੀਸ਼ੀ, ਮੇਲੋਂ ਨੂੰ ਦਿਸਦੀ ਮੋਟਰ ਦੇ ਕਮਰੇ ਚ ਸਪਰੇ ਦੀ ਸ਼ੀਸ਼ੀ,
ਦੂਰ ਲਟਕਦਾ ਰੱਸਾ, ਮੇਲੋ ਰੱਸਾ ਵੱਢਣ ਲਈ ਦਾਤੀ ਤੇ ਸਪੇਪਣ ਲਈ ਕਹੀ ਲੱਭਦੀ। ਜੀ ਸਰੋਂ ਤੇ ਕਿਸ ਦੀ ਨਜ਼ਰ ਹੈ, ਸਰੋਂ ਤੇ ਕਿਸ ਦੀ ਨਜ਼ਰ ਹੈ। ਤੇ ਇਹ ਸੀ ਮੇਰੀਆਂ ਨਜ਼ਮਾਂ ਜੀ, ਛੋਟੀਆਂ ਛੋਟੀਆਂ 3। ਬਹੁਤ ਵਧੀਆ ਨਰਿੰਦਰਪਾਲ ਮੈਡਮ, ਤੁਸੀਂ ਬਹੁਤ ਅੱਛੀ ਕਵਿਤਾ ਲਿਖਦੇ ਹੋ। ਆਉਣ ਵਾਲੇ ਸਮੇਂ ਤੁਹਾਡੇ ਤੋਂ ਸਾਨੂੰ ਬਹੁਤ ਸਾਰੀਆਂ ਹੋਰ ਉਮੀਦਾਂ ਨੇ। ਜਲਦੀ ਤੁਹਾਡਾ ਨਵਾਂ ਕਾਵਿ ਸੰਗ੍ਰਹਿ ਆਵੇ, ਅਸੀਂ ਇਸ ਗੱਲ ਲਈ ਦੁਆ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ, ਥੈਂਕ ਯੂ ਜੀ। ਬੇਨਤੀ ਕਰਦੇ ਹਾਂ ਡਾਕਟਰ ਸੁਰਜੀਤ ਪਾਤਰ ਹੋਰਾਂ ਨੂੰ ਕਿ ਉਹ ਹੌਟ ਸੀਟ ਤੇ ਆ ਕੇ ਬੈਠ ਜਾਣ ਤੇ ਆਪਾਂ ਅੱਜ ਇਸ ਤੋਂ ਬਾਅਦ ਲਗਭਗ ਪੌਣਾ ਘੰਟਾ 1 ਘੰਟਾ ਪਾਤਰ ਹੋਰਾਂ ਨੂੰ ਸੁਣਨਾ ਹੈ। ਪਾਤਰ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ ਜੀ? ਆ ਰਹੀ ਆਵਾਜ਼ ਜੀ। ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਸਰ। ਮੈਂ ਤੁਹਾਡੇ ਤੋਂ ਪਹਿਲਾ ਸਵਾਲ ਇਹੀ ਪੁੱਛਣਾ ਚਾਹੁੰਦਾ ਕਿ ਬਤੌਰ ਸੰਵੇਦਨਸ਼ੀਲ ਇਨਸਾਨ, ਬਤੌਰ ਸ਼ਾਇਰ, ਇਸ ਸੰਕਟ ਕਾਲ ਦੇ ਵਿੱਚ ਤੁਸੀਂ ਕੀ ਸਿਰਜਿਆ, ਕੀ ਉਲੀਕਿਆ ਤੇ ਕੀ ਬੁਣਿਆ? ਕੀ ਪਾਤਰ ਸਾਹਿਬ? जी कुलदीप जी और मैडम डॉक्टर सरबजीत कौर सोहल जी और सारे हाजिर दोस्तों और साड़ी अज दी शायरा नरिंदरपाल जी और सब जो मैनू दस रहे नहीं भी दस रहे, उन्होंने सारिਆਂ ਨੂੰ मैं अपना प्यार और सत्कार अर्पित करदा। तो मैं बहुत धन्नवादी हाँ पंजाब साहित्य अकैडमी ਦਾ, मैडम सोहल ਦਾ और दीप जी का, जिन्होंने अज दी इहो आयोजन किया। और बेशक ये वियोग के दिन है, पर तकनीक सारे साइंस के सारे असी दूर दूर होके भी कोल बैठे हाँ। सो साइंस का भी शुक्रगुजार करते हैं, तकनीक का भी शुक्रगुजार हाँ। तो जिस तरह तुसी म्यूट का मतलब की ਹੁੰਦਾ ਬੰਦ, म्यूट मतलब ਬੰਦ। हाँ प्लीज प्लीज आवाज बंद करो जी। कौन बोल रहे हैं विच? हाँ जी पात्र साहब। सो तुसी बहुत सोहनी लड़ी, मैं जनी ਦੀਆਂ ਪਹਿਲਾਂ ਵੀ ਤੁਸੀਂ ਲਿਖਾਰੀਆਂ ਨੂੰ, ਚਿੰਤਕਾਂ ਨੂੰ ਇਹਦੇ ਵਿੱਚ ਬੁਲਾਇਆ ਔਰ ਇਸ ਸਾਰੀ ਸੰਕਟ ਕਾਲ ਬਾਰੇ ਔਰ ਸਾਹਿਤ ਬਾਰੇ ਜਾਂ ਸਾਡੀ ਆਪਣੀ ਹੋਂਦ ਬਾਰੇ ਜੋ ਰਿਸ਼ਤਾ, ਉਹਦੇ ਬਾਰੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ। ਔਰ ਇਹ ਇੱਕ ਬਹੁਤ ਵਧੀਆ ਉਦਮ ਹੈ, ਕਿਉਂਕਿ ਅਸੀਂ ਮੈਂ ਕਦੇ ਕਿਹਾ ਸੀ ਕਿ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ, ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ, ਭਟਕਦੇ ਅਖਰੋ ਆਵੋ ਕਿ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ, ਵਾਕ ਬਿਨ ਗੁਜ਼ਾਰਾ ਨਹੀਂ। ਸੋ ਇਹ ਗੱਲਾਂ ਬਾਤਾਂ ਹੀ ਸਾਨੂੰ ਹੌਸਲਾ ਦਿੰਦੀਆਂ। ਸ਼ਬਦ ਸਾਨੂੰ ਡਿੱਗਦਿਆਂ ਨੂੰ ਸੰਭਾਲਦੇ ਆ, ਜਦੋਂ ਵੀ ਥਿੜਕਦੇ ਆ ਤਾਂ ਸ਼ਬਦ ਸਾਨੂੰ ਸੰਭਾਲ ਲੈਂਦੇ ਆ। ਸੋ ਤੁਸੀਂ ਵੀ ਇਸ ਸ਼ਬਦਾਂ ਦੀਆਂ ਸ਼ਮ੍ਹਾਂ ਜਗਾ ਕੇ ਬੈਠੇ ਹੋ ਔਰ ਅਕਸਰ ਮਿਲਦੇ ਹੋ, ਇਸ ਗੱਲ ਦੀ ਮੈਨੂੰ ਬਹੁਤ ਅੱਛਾ ਲੱਗਾ। ਔਰ ਇਸ ਗੱਲ ਲਈ ਮੈਂ ਇੱਕ ਵਾਰ ਫਿਰ ਪੰਜਾਬ ਸਾਹਿਤ ਅਕੈਡਮੀ ਨੂੰ, ਮੈਡਮ ਸੋਹਲ ਨੂੰ ਔਰ ਸਾਰੇ ਜੋ ਪ੍ਰਬੰਧਕ ਨੇ ਉਹਨਾਂ ਨੂੰ ਮੈਂ ਬਹੁਤ ਮੁਬਾਰਕਾਂ ਦਿੰਦਾ ਜੀ। ਧੰਨਵਾਦ। तो ये जो संकट काल देखना कि ये साडियां जिंदगियां में साडी याद विच एक अपनी किस्म दा पहला संकट काल है कि असीं एक खौफ चों और चिंता चों, मातम चों, अनिश्चितता चों लंघ रहे हैं और अपने प्यारियां दी जान, अपनी जान और जहान दी जान सारियां दी सुख मंगते हैं। और पिछले दिन ही असीं देखिया कि रोज अनगिनत लोगों के बीमार होने दी खबरां, नाल ही खबरां कि हस्पतालों विच बिस्तरियां दी घाट, वेंटीलेटरां दी घाट, और इस तक कि जदों मृत्यु भी हुंदी तां मृत्यु तो बाद भी शमशान घाटां विच मृतक लई थां लैनी मुश्किल हो जाती कि वो लोग जिन्हां दे देही ते फुल चढ़ने सीगे जां उन्हां दी मैयत दे पिछे हजूम होना सी, बहुत लोग होने सी। सो उन्हां दी जो
ਉਹਨਾਂ ਦੀ ਮੌਤ ਤੇ ਵੀ ਆਪਾਂ ਦੇਖਿਆ ਕੀ ਕਿ ਉਹਨਾਂ ਦੀ ਲਾਈਟ ਬੰਦ ਆ ਲੋਕ ਪਰੇ ਪਰੇ ਕਹਿੰਦੇ, ਦੂਰ ਦੂਰ ਹਟਦੇ ਜੀ ਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਸੀ ਸੰਸਕਾਰ ਲਈ ਕਿ ਕਿੱਥੇ ਸੰਸਕਾਰ ਕਰੀਏ। ਤੋਂ ਅਸੀਂ ਇਹਨਾਂ ਦਿਨਾਂ ਵਿੱਚ ਬਹੁਤ ਇਸ ਇੱਕ ਮਾਨਸਿਕ ਦੁੱਖ ਚੋਂ, ਆਰਥਿਕ ਅਨਿਸ਼ਚਿਤਤਾ ਚੋਂ ਔਰ ਫਿਕਰ ਔਰ ਚਿੰਤਾ ਚੋਂ ਲੰਘੇ ਆ। ਤੇ ਨਾਲ ਦੀ ਨਾਲ ਸਾਡੇ ਮਨਾਂ ਵਿੱਚ ਇਹ ਵੀ ਬਹੁਤ ਵਾਰੀ ਖਿਆਲ ਆਇਆ ਕਿ ਜਿੰਨਾ ਖਰਚ ਮਿਲਟਰੀ ਤੇ ਹੁੰਦਾ, ਜਿੰਨਾ ਖਰਚ ਮਾਰੂ ਹਥਿਆਰਾਂ ਤੇ ਹੁੰਦਾ, ਜੇ ਕਿਤੇ ਇੰਨਾ ਖਰਚ ਸਕੂਲਾਂ ਤੇ, ਕਾਲਜਾਂ ਤੇ, ਹਸਪਤਾਲਾਂ ਤੇ ਹੁੰਦਾ ਤੇ ਅਸੀਂ ਸ਼ਾਇਦ ਇਹ ਸੰਕਟ ਕਾਲ ਦਾ ਸਾਹਮਣਾ ਵਧੇਰੇ ਚੰਗੀ ਤਰ੍ਹਾਂ ਕਰ ਸਕਦੇ ਸੀ। ਪਰ ਕਿਉਂਕਿ ਮੈਂ ਸਮਝਦਾ ਕਿ ਸਾਰੀ ਦੁਨੀਆ ਦੀ ਸਿਆਸਤ ਕੋਈ ਬਹੁਤੀ ਖਰੀ ਸਿਆਸਤ ਨਹੀਂ ਆ, ਤਾਂ ਕਈ ਵਾਰ ਲੱਗਦਾ ਕਿ ਅਸੀਂ ਬੜੇ ਹਥਿਆਰੇ ਹੱਥਾਂ ਵਿੱਚ, ਆਪ ਕਹਿੰਦੇ ਸੇਫ, ਵੀ ਆਰ ਇਨ ਦਾ ਸੇਫ ਹੈਂਡ, ਤੋਂ ਅਸੀਂ ਜਿਵੇਂ ਅਨਸੇਫ ਹੈਂਡ 'ਚ ਹਾਂ। ਇਸ ਗੱਲ ਦਾ ਅਹਿਸਾਸ ਸੰਕਟ ਕਾਲ 'ਚ ਖਾਸ ਤੌਰ ਤੇ ਬਹੁਤ ਗਹਿਰਾਈ ਨਾਲ ਹੁੰਦਾ ਔਰ ਦਿਲ 'ਚ ਇਹ ਆਉਂਦੀ ਹੈ ਕਿ ਅਸੀਂ ਇਹ ਸੰਕਟ ਕਾਲ ਲੰਘਾਂਗੇ ਤਾਂ ਸ਼ਾਇਦ ਮਾਨਵਤਾ ਬਹੁਤ ਸਾਰੇ ਸਬਕ ਸਿੱਖ ਕੇ ਲੰਘੇਗੀ। ਔਰ ਇੱਕ ਪਾਸੇ ਸੰਕਟ ਕਾਲ ਹੈ ਕਰੋਨਾ ਦਾ, ਦੂਏ ਪਾਸੇ ਸਾਡੀਆਂ ਫੌਜਾਂ ਸਰਹੱਦਾਂ ਤੇ ਇਕੱਠੀਆਂ ਹੋ ਰਹੀਆਂ, ਉੱਥੇ ਸਾਡੇ ਪੁੱਤਰ ਮਰ ਰਹੇ, ਮਾਵਾਂ ਦੇ ਪੁੱਤਰ ਮਰ ਰਹੇ। ਜੀ ਜੀ ਬਿਲਕੁਲ। ਤੇ ਉਦੋਂ ਅਹਿਸਾਸ ਹੁੰਦਾ ਕਿ ਅਸੀਂ ਕੀ ਇੱਕ ਦੁਨੀਆ ਦੀ ਆਲਮੀ ਅਦਾਲਤ ਨਹੀਂ ਬਣ ਸਕਦੀ ਜਿੱਥੇ ਸਰਹੱਦ ਦੇ ਜਿਹੜੇ ਉਹ ਝਗੜੇ ਆ ਉਹ ਹੱਲ ਹੋ ਸਕਣ। ਤੇ ਉਥੋਂ ਬਹੁਤ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਬਹੁਤ ਜ਼ਰੂਰਤ ਹੈ ਕਿ ਸਾਡੇ ਨਿਜ਼ਾਮ ਬਿਹਤਰ ਹੋਣ, ਸਾਡੇ ਲੀਡਰ ਬਿਹਤਰ ਹੋਣ, ਸਾਡੇ ਆਗੂ ਬਿਹਤਰ ਹੋਣ। ਸੋ ਨਾ ਸੰਕਟ ਕਾਲ ਦੇ ਦਿਨਾਂ 'ਚ ਬਹੁਤ ਤਰ੍ਹਾਂ ਦੇ ਅਹਿਸਾਸ ਮਨਾਂ ਵਿੱਚ, ਹਰੇਕ ਦੇ ਮਨ ਵਿੱਚ ਆਏ। ਤੋ ਜਿਸ ਤਰ੍ਹਾਂ ਸ਼ੁਰੂ 'ਚ ਆਪਾਂ ਗੱਲ ਕਰ ਰਹੇ ਸੀ ਕਿ ਕਵਿਤਾ ਲਿਖਣੀ, ਕਿ ਕਵਿਤਾ ਲਿਖਣੀ ਹਮੇਸ਼ਾ ਕਵੀ ਦੀ ਆਪਣੀ ਮਰਜ਼ੀ ਨਹੀਂ ਹੁੰਦੀ। ਇੱਕ ਮਿਸਾਲ ਹੈ ਕਿ ਜਦੋਂ ਪਾਰਟੀਸ਼ਨ ਹੋਈ, ਪਾਰਟੀਸ਼ਨ ਬਹੁਤ ਵੱਡਾ ਸੰਕਟ ਸੀ, ਲੇਕਿਨ ਉਹ ਸੰਕਟ 'ਚ ਆਪਾਂ ਦੇਖਦੇ ਹਾਂ ਕਿ ਸਾਨੂੰ ਤਾਰਾ ਸਿੰਘ ਦੀ ਕੋਈ ਕਵਿਤਾ ਨਹੀਂ ਲੱਭਦੀ ਲਿਖੀ, ਜਗਤਾਰ ਹੋਣਾ ਦੀ ਕੋਈ ਨਹੀਂ ਲੱਭਦੀ, ਬਾਬਾ ਬਲਵੰਤ ਦੀ ਕਵਿਤਾ ਨਹੀਂ ਕੋਈ ਲੱਭਦੀ, ਸਫੀਰ ਹੋਣਾ ਦੀ ਕੋਈ ਕਵਿਤਾ ਨਹੀਂ ਲੱਭਦੀ। ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸੰਕਟ ਨੂੰ ਮਹਿਸੂਸ ਨਹੀਂ ਕੀਤਾ ਸੀ, ਲੇਕਿਨ ਕਵਿਤਾ ਦੀ ਜੋ ਕ੍ਰੀਏਟਿਵ ਪ੍ਰੋਸੈਸ ਹੈ ਉਹਦੇ ਵਿੱਚ ਇੱਕ ਮੈਂ ਸਮਝਦਾ ਇੱਕ ਇਹ ਰਹੱਸ ਹੁੰਦਾ ਕਿ ਕਵੀ ਕੋਸ਼ਿਸ਼ ਨਾਲ ਕਵਿਤਾ ਨਹੀਂ ਲਿਖ ਸਕਦਾ। ਬਿਲਕੁਲ, ਜੇ ਲਿਖੂਗਾ ਉਹ 'ਚ ਸ਼ਾਇਦ ਉਸ ਕਵਿਤਾ 'ਚ ਜਾਨ ਨਾ ਹੋਵੇ, ਕਿ ਜਦ ਤੱਕ ਤੁਸੀਂ ਅੰਦਰੋਂ ਤੱਕ ਤੁਹਾਡੀ ਕਵਿਤਾ 'ਚ ਕਈ ਵਾਰ ਅਸੀਂ ਇਹ ਵੀ ਹੁੰਦਾ ਕਿ ਕਈ ਵਾਰ ਸਦਮਾ ਸਾਨੂੰ ਚੁੱਪ ਕਰ ਦਿੰਦਾ, ਕਿ ਸਾਨੂੰ ਇੰਨਾ ਸਦਮਾ ਹੁੰਦਾ ਕਿ ਇਹ ਨਹੀਂ ਕਿ ਸਾਨੂੰ ਸਦਮਾ ਨਹੀਂ ਹੁੰਦਾ ਜਾਂ ਅਸੀਂ ਝੰਜੋੜੇ ਨਹੀਂ ਗਏ ਹੁੰਦੇ, ਲੇਕਿਨ ਕਈ ਵਾਰ ਉਹ ਸਦਮੇ ਦਾ ਸ਼ਬਦ ਸਾਥ ਨਹੀਂ ਦਿੰਦੇ। ਕਿ ਸਦਮਾ ਸਾਨੂੰ, ਆਪਾਂ ਕਈ ਵਾਰੀ ਕਿਸੇ ਦੀ ਮੌਤ ਤੇ ਦੇਖਦੇ ਹਾਂ ਕਿ ਉਹਦਾ ਕੋਈ ਬਹੁਤ ਪਿਆਰਾ ਸੱਜਣ ਆ, ਉਹ ਰੋ ਨਹੀਂ ਸਕਦਾ, ਉਹ ਚੁੱਪ ਕਰ ਜਾਂਦਾ। ਸੋ ਕਈ ਵਾਰੀ ਸਦਮੇ ਸਾਨੂੰ ਖਾਮੋਸ਼ ਵੀ ਕਰ ਦਿੰਦੇ ਆ। ਤੋ ਇਹਨਾਂ ਸੰਕਟ ਦੇ ਦਿਨਾਂ ਦੇ ਵਿੱਚ ਮੈਂ ਜੋ ਕੁਝ ਸੋਚਿਆ ਤੁਹਾਨੂੰ ਨਾਲ ਮੈਂ ਸ਼ੇਅਰ ਕਰ ਚੁੱਕਾ ਕਿ ਇੱਕ ਤਾਂ ਮੈਂ ਇਹੀ ਸੋਚਿਆ ਕਿ ਸਾਨੂੰ ਸ਼ਾਇਦ ਇਹ ਸੰਕਟ ਤੋਂ ਲੰਘਣ ਤੋਂ ਬਾਅਦ ਸਾਡੇ ਕਵੀ ਅੱਗੇ ਤੋਂ ਵੱਧ ਸੁਚੇਤ ਹੋਣਗੇ ਆਪਣੇ ਨਿਜ਼ਾਮ ਬਾਰੇ, ਆਪਣੀ ਪੋਲਿਟਿਕਸ ਬਾਰੇ, ਕਿਉਂਕਿ ਅਸੀਂ ਇਹਨਾਂ ਦਿਨਾਂ 'ਚ ਆਫਤ ਕੁਦਰਤੀ ਸੀ, ਇੱਕ ਕੁਦਰਤੀ ਦੀ ਆਫਤ ਸੀ, ਲੇਕਿਨ ਇਹਦਾ ਮੁਕਾਬਲਾ ਅਸੀਂ ਇੱਕ ਸੱਭਿਆਚਾਰਕ ਤੌਰ ਤੇ, ਇੱਕ ਸਮਾਜਿਕ ਤੌਰ ਤੇ, ਇੱਕ ਪੋਲੀਟੀਕਲੀ ਇਹਦਾ ਮੁਕਾਬਲਾ ਕਰਨਾ ਸੀ। ਔਰ ਅਸੀਂ ਬਹੁਤ ਵਾਰ ਮਹਿਸੂਸ ਕੀਤਾ ਕਿ ਅਸੀਂ ਸ਼ਾਇਦ ਸੰਕਟ ਕਾਲ ਲਈ ਤਿਆਰ ਨਹੀਂ ਹੁੰਦੇ। ਸਾਡੀਆਂ ਸਰਕਾਰਾਂ ਦੀਆਂ ਤਰਜੀਹਾਂ ਬਹੁਤ ਅਲੱਗ ਹੁੰਦੀਆਂ, ਉਹਨਾਂ ਦੀ ਸੋਚ, ਜਿਵੇਂ ਕਿੰਨੇ ਮਜ਼ਦੂਰ ਅਸੀਂ ਸੜਕਾਂ ਤੇ ਰੁਲਦੇ ਦੇਖੇ ਆਪਣੇ ਘਰਾਂ ਨੂੰ ਜਾਂਦੇ ਹੋਏ, ਤਾਂ ਉਦੋਂ ਅਹਿਸਾਸ ਹੋਇਆ ਕਿ ਜੇ ਥੋੜ੍ਹੀਆਂ ਬਿਹਤਰ ਸਰਕਾਰਾਂ ਹੋਣ, ਬਿਹਤਰ ਨਿਜ਼ਾਮ ਹੋਣ, ਤੇ ਸ਼ਾਇਦ ਇਹ ਵਿਚਾਰੇ ਗਰੀਬ ਕਿਰਤੀ ਇਸ ਤਰ੍ਹਾਂ ਸੜਕਾਂ ਤੇ ਨਾ ਰੁਲਦੇ। ਸੋ ਇਹਨਾਂ ਦਿਨਾਂ 'ਚ ਅਸੀਂ ਬਹੁਤ ਕੁਝ ਇਹੋ ਜਿਹੇ ਅਹਿਸਾਸਾਂ ਚੋਂ ਲੰਘੇ ਆ, ਜਿਹੜੇ ਅਹਿਸਾਸ ਸਾਨੂੰ ਅੱਗੇ ਤੋਂ ਮੇਰੇ ਖਿਆਲ 'ਚ ਰਾਜਸੀ ਤੌਰ ਤੇ ਵੀ ਵੱਧ ਸੁਚੇਤ ਕਰਨਗੇ ਔਰ ਸਾਨੂੰ ਸਮਾਜਿਕ ਤੌਰ ਤੇ ਵੀ ਸੁਚੇਤ ਕਰਨਗੇ, ਔਰ ਸਾਡੇ ਮਨਾਂ 'ਚ ਸ਼ਾਇਦ ਮਾਨਵਤਾ ਲਈ ਦਇਆ ਵੀ ਆਵੇ। ਔਰ ਜਿਸ ਤਰ੍ਹਾਂ ਸੋਨਾ ਅਗਨੀ ਚੋਂ ਲੰਘ ਕੇ ਕੁੰਦਨ ਹੁੰਦਾ, ਤਾਂ ਸ਼ਾਇਦ ਮਾਨਵਤਾ ਵੀ ਇਸ ਸੰਕਟ ਚੋਂ ਲੰਘ ਕੇ ਬਹੁਤ ਕੁਝ ਸਿੱਖੇ, ਔਰ ਸ਼ਾਇਦ ਅਸੀਂ ਅੱਗੇ ਤੋਂ ਵਧੇਰੇ
ਸੰਵੇਦਨਸ਼ੀਲ ਹੋ ਸਕੇ, ਸਾਡੀ ਪੋਲਿਟਿਕਸ ਵੀ ਵਧੇਰੇ ਸੰਵੇਦਨਸ਼ੀਲ ਹੋ ਸਕੇ। ਜੀ ਬੱਤਰ ਸਾਹਿਬ, ਬਹੁਤ तो ਬਹੁਤ मैं ਖੂਬਸੂਰਤ ਗੱਲਾਂ ਕੀਤੀਆਂ ਤੁਸੀਂ ਸਥਿਤੀ ਬਾਰੇ। ਮੈਂ ਥੋੜਾ ਜਿਹਾ ਗੱਲ ਨੂੰ ਹੋਰ ਪਾਸੇ ਲੈ ਕੇ ਜਾਣਾ ਚਾਹੁੰਦਾ ਹੁਣ ਤੁਹਾਡੀ ਕਵਿਤਾ ਵੱਲ। ਤੁਸੀਂ ਕਿਸੇ ਦੌਰ ਦੇ ਵਿੱਚ ਗੀਤ ਲਿਖਿਆ ਸੀ, ਗਜ਼ਲ ਲਿਖੀ ਸੀ ਇੱਕ, ਕਿ ਖੂਬ ਨੇ ਇਹ ਝਾਂਜਰਾ ਛਣਕਣ ਦੇ ਲਈ, ਕੋਈ ਚਾਹ ਵੀ ਤਦੇ ਨੱਚਣ ਦੇ ਲਈ। ਚਾਹ ਦੇ ਮਰਨ ਦੀ ਸਥਿਤੀ ਤੋਂ ਬਾਅਦ ਫਿਰ ਇੱਕ ਸਥਿਤੀ ਉਹ ਆਉਂਦੀ ਹੈ ਜਦੋਂ ਤੁਸੀਂ ਲਿਖਿਆ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਜਦੋਂ ਤੁਹਾਡੇ ਵਿਚਾਰ ਬੰਦ ਹੋ ਜਾਂਦੇ ਨੇ, ਜਦੋਂ ਤੁਹਾਡੀ ਜ਼ੁਬਾਨ ਬੰਦ ਹੋ ਜਾਂਦੀ ਹੈ। ਤੇ ਦੋ ਸਥਿਤੀਆਂ ਦੇ ਵਿਚਕਾਰ ਕਵੀ ਸਮਾਜਿਕ ਸਥਿਤੀਆਂ ਨੂੰ, ਉਹਨਾਂ ਪਰਿਵਰਤਨਾਂ ਨੂੰ ਕਿਵੇਂ ਮਹਿਸੂਸ ਕਰਦਾ ਹੈ ਕਿ ਕਿਵੇਂ ਬੰਦੇ ਦੇ ਚਾਅ ਮਰਦੇ ਨੇ ਤੇ ਕਿਵੇਂ ਬੰਦੇ ਦੀ ਜ਼ੁਬਾਨ ਦਾ ਗਲਾ ਘੁੱਟਿਆ ਜਾਂਦਾ ਹੈ। ਇਹਦਾ ਜਿਹੜਾ ਸਮਾਜਿਕ ਪ੍ਰਸੰਗ ਹੈ ਉਹ ਕੀ ਸੀ ਤੁਹਾਡੇ ਮਨ ਦੇ ਵਿੱਚ ਉਸ ਵੇਲੇ? मैं दीप इधर समझदा कि जो कोई भी इंसान है असल विच ओह कुछ बहुत खूबसूरत भावां दा मुजस्समा, कि हरेक आदमी अंदर प्यार है, हरेक मानव दे अंदर प्यार प्राप्त करने की इच्छा है, ਉਹਦੇ मन च सोहज की इच्छा है, और ਉਹਦੇ मन च एक न्याय दा ख्याल आ, सुपने आ। सो और ਜਦੋਂ ਅਸੀਂ ਕੋਈ ਮਤਲਬ ਪ੍ਰੇਮ ਗੀਤ ਵੀ ਜਿਵੇਂ ਹੁਣ ਹੋਚੀਮਿਨ ਸੀ, ਹੋਚੀਮਿਨ ਯੋਧਾ ਸੀ, ਲੇਕਿਨ ਜਦੋਂ ਤੁਸੀਂ ਕਵਿਤਾਵਾਂ ਪੜ੍ਹਦੇ ਹੋ ਉਹ ਇੰਨੀਆਂ ਕੋਮਲ ਕਵਿਤਾਵਾਂ ਨੇ ਚੰਨ ਚਾਨੀ ਰਾਤ ਬਾਰੇ। ਤਾਂ ਮੈਂ ਸਮਝਦਾ ਕਿ ਅਸੀਂ ਲਿਖਣੇ ਤਾਂ ਕੋਮਲ ਗੀਤ ਹੀ ਚਾਹੁੰਦੇ ਹੁੰਦੇ ਆ, ਲੇਕਿਨ ਜੋ ਸਮਾਂ ਹੁੰਦਾ, ਜੋ ਨਿਜ਼ਾਮ ਹੁੰਦੇ ਆ, ਉਹ ਮਜਬੂਰ ਕਰ ਦਿੰਦੇ ਕਿ ਅਸੀਂ ਸਾਨੂੰ ਉਹਨਾਂ ਦੇ ਖਿਲਾਫ ਲਿਖਣ ਲਈ, ਉਹਨਾਂ ਦੇ ਖਿਲਾਫ ਕਹਿਣ ਲਈ ਕਠੋਰ ਹੋਣਾ ਪੈਂਦਾ। ਬ੍ਰੈਖਟ ਦੀ ਇੱਕ ਲਾਈਨ ਸੀ, ਜਰਮਨ ਕਵੀ ਬਹੁਤ ਮਸ਼ਹੂਰ, ਕਹਿੰਦਾ ਸਾਨੂੰ ਲੜਾਈ ਨੇ ਸ਼ਾਇਦ ਸਾਡੇ ਕੋਮਲ ਨਕਸ਼ਾਂ ਨੂੰ ਕਰਖਤ ਕਰ ਦਿੱਤਾ, ਕਿ ਮੈਂ ਕਦੀ ਕਿਹਾ ਸੀ ਕਿ ਕਾਇਲ ਤਾਂ ਕਰਦਾ ਹਾਂ ਮੈਂ ਦਿਲ ਕੇਵਲ ਰਬਾਬ ਨਾਲ, ਇਹ ਜੋ ਤੇਗ ਹੈ ਇਹ ਰਬਾਬ ਦੀ ਰਾਖੀ ਲਈ ਹੀ ਹੈ। ਕਿ ਬੁਨਿਆਦੀ ਤੌਰ ਤੇ ਤਾਂ ਅਸੀਂ ਕੋਮਲ ਭਾਵਾਂ ਨੂੰ ਹੀ ਬਚਾਉਣਾ, ਅਸੀਂ ਬੁਨਿਆਦੀ ਤੌਰ ਤੇ ਤਾਂ ਪੈਰਾਂ ਦੀ ਜੋ ਝਾਂਜਰਾਂ ਦੀ ਛਣਕਾਰ ਹੈ ਉਹਨੂੰ ਬਚਾਉਣਾ, ਆਪਣੇ ਭਾਵਾਂ ਨੂੰ ਬਚਾਉਣਾ, ਲੇਕਿਨ ਉਹਨਾਂ ਭਾਵਾਂ ਨੂੰ ਬਚਾਉਣ ਲਈ ਹੀ ਕਈ ਵਾਰ ਸਾਨੂੰ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਂਦੀਆਂ। ਪਰ ਉਹ ਇਹ ਨਹੀਂ ਕਿ ਅਸੀਂ ਕੋਈ ਲੜਨ ਦਾ, ਜਾਨੀ ਲੜਨਾ ਸ਼ਾਇਦ ਸਾਡੀ ਇੱਕ ਮਜਬੂਰੀ ਬਣ ਜਾਂਦੀ ਹੈ। ਮੈਂ ਜਦੋਂ ਖੂਬ ਨੇ ਇਹ ਝਾਂਜਰਾਂ ਛਣਕਣ ਲਈ, ਪਰ ਕੋਈ ਚਾਹ ਵੀ ਤਾਂ ਦੇ ਨੱਚਣ ਲਈ, ਉਹ ਲਿਖਿਆ ਜਦੋਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਕਿ ਉਹ ਇੱਕ ਤਰ੍ਹਾਂ ਇਹ ਸੀ ਕਿ ਜਦੋਂ ਵੀ ਸਾਡੇ ਕੋਮਲ ਭਾਵਾਂ ਦੇ ਅੱਗੇ, ਸਾਡੀ ਜ਼ੁਬਾਨ ਦੇ ਅੱਗੇ ਕੋਈ ਰੁਕਾਵਟ ਆਉਂਦੀ ਹੈ ਤਾਂ ਸਾਡੇ ਮਨ 'ਚ ਇੱਕ ਦੁੱਖ ਦਾ ਅਹਿਸਾਸ ਪੈਦਾ ਹੁੰਦਾ, ਜਿਸ ਦੁੱਖ ਦੇ ਅਹਿਸਾਸ ਤੋਂ ਮੈਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ। ਦੂਜੀ ਗੱਲ ਮੈਂ ਮਹਿਸੂਸ ਕਰਦਾ, ਮੈਂ ਅਕਸਰ ਕੋਟ ਕਰਦਾ ਹੁੰਦਾ ਕਿ ਖਲੀਲ ਜਿਬਰਾਨ ਹੋਣਾ ਦਾ ਇੱਕ ਵਾਕ ਹੈ, ਉਹ ਕਹਿੰਦੇ ਆ ਕਿ ਸਾਡੇ ਮਹਾਨਤਮ ਗਾਇਕ ਤੋਂ ਮਤਲਬ ਹੁੰਦਾ ਕਵੀ ਵੀ ਆ ਤੇ ਕੋਈ ਵੀ ਕਲਾਕਾਰ, ਕਿ ਸਾਡੇ ਮਹਾਨਤਮ ਗਾਇਕ ਉਹ ਹੁੰਦੇ ਆ ਜਿਹੜੇ ਸਾਡੀਆਂ ਖਾਮੋਸ਼ੀਆਂ ਨੂੰ ਗਾਉਂਦੇ ਆ। ਕਿ ਹਰ ਬੰਦੇ ਅੰਦਰ ਕੁਝ ਖਾਮੋਸ਼ੀਆਂ ਹੁੰਦੀਆਂ ਜਿਹੜੀਆਂ ਕਿਸੇ ਜਾਂ ਤਾਂ ਹੁੰਦੀਆਂ ਕਿ ਉਹਦੇ ਕੋਲ ਭਾਸ਼ਾ ਦੀ ਸਮਰੱਥਾ ਨਹੀਂ ਹੁੰਦੀ, ਤਾਂ ਉਹਦੇ ਅੰਦਰ ਬਹੁਤ ਕੁਝ ਅਣਕਿਹਾ ਰਹਿ ਜਾਂਦਾ, ਜਾਂ ਕਈ ਵਾਰ ਸਾਡੇ ਡਰ ਹੁੰਦੇ ਆ ਜਿਹੜੇ ਰਾਜਸੀ ਡਰ ਵੀ ਹੋ ਸਕਦੇ ਆ, ਕੁਝ ਮਨੋਵਿਗਿਆਨਕ ਡਰ ਹੋ ਸਕਦੇ ਆ, ਕਿ ਉਹਨਾਂ ਡਰਾਂ ਕਾਰਨ ਸਾਡੇ ਅੰਦਰ ਕੁਝ ਖਾਮੋਸ਼ੀਆਂ ਹੁੰਦੀਆਂ। ਪਰ ਸ਼ਾਇਰ ਉਹੀ ਆ ਜਿਹੜਾ, ਜਾਂ ਗਾਇਕ ਉਹੀ ਆ ਜਿਹੜਾ ਉਹਨਾਂ ਸਾਡੀਆਂ ਖਾਮੋਸ਼ੀਆਂ ਨੂੰ ਗਾ ਸਕੇ। ਤਾਂ ਮੈਂ ਸਮਝਦਾ ਕਿ ਉਹ ਕੁਝ ਕਿਹਾ ਤੇ ਹਨੇਰਾ ਜਰੇਗਾ ਜਿਵੇਂ 'ਚ ਵੀ ਉਹ ਇੱਕ ਖਾਮੋਸ਼ੀ ਨੂੰ ਗਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਸਾਡੇ ਮਨ 'ਚ ਉਸ ਵੇਲੇ ਇੱਕ ਡਰ ਪੈਦਾ ਕੀਤਾ ਹੋਇਆ ਸੀ ਵੀ ਜੇ ਕੋਈ ਬੋਲਿਆ ਤਾਂ ਉਹਨੂੰ ਸਹਿਣ ਕਰਨਾ ਪਏਗਾ। ਔਰ ਇਹੋ ਜਿਹੇ ਮੌਕੇ ਵਾਰ-ਵਾਰ ਆਉਂਦੇ ਆ, ਇਹੋ ਜਿਹੇ ਮੌਕੇ ਐਮਰਜੈਂਸੀ ਵੇਲੇ ਵੀ ਆਏ, ਇਹੋ ਜਿਹੇ ਵੇਲੇ ਪੰਜਾਬ ਸੰਕਟ ਵੇਲੇ ਵੀ ਆਏ, ਇਹੋ ਜਿਹੇ ਵੇਲੇ ਆਪਣੇ ਹੁਣ ਉਹਨਾਂ ਦਿਨਾਂ 'ਚ ਵੀ ਦੇਖੇ ਜਦੋਂ ਇੱਕੋ ਹੀ ਰੰਗ ਨੂੰ ਦੇਸ਼ ਭਗਤੀ ਦਾ ਰੰਗ ਕਿਹਾ ਗਿਆ। ਸੋ ਇਹੋ ਜਿਹੇ ਮੌਕੇ ਕਵੀਆਂ ਤੇ ਵਾਰ-ਵਾਰ ਆਉਂਦੇ ਰਹਿੰਦੇ। ਜੀ। ਇਸ ਤੋਂ ਪਹਿਲਾਂ ਕਿ ਪਾਤਰ ਸਾਹਿਬ ਆਪਾਂ ਅਗਲੇ ਸਵਾਲ ਵੱਲ ਆਈਏ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਕੁਝ ਸਾਨੂੰ ਤਰਨਮ ਦੇ ਵਿੱਚ ਆਪਣੀ ਕੋਈ ਗਜ਼ਲ, ਕੋਈ ਗੀਤ ਜ਼ਰੂਰ ਸੁਣਾਓ, ਭਾਵੇਂ ਉਹਦੇ ਚੰਦ ਸ਼ੇਰ ਸੁਣਾਓ। ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਉਸ ਰੂਪ ਦੇ ਵਿੱਚ ਮਾਣੀਏ। ਮੈਂ ਤੁਹਾਨੂੰ ਇੱਕ ਮੇਰੀ ਗਜ਼ਲ ਸੀ ਕਿ ਜਿਹਦਾ ਮੁਖੜਾ ਇਸ ਤਰ੍ਹਾਂ ਸੀਗਾ ਕਿ ਜਿਹੜੀ ਮੈਂ ਇਹੋ ਜਿਹੇ ਦਿਨਾਂ ਵਿੱਚ ਹੀ ਲਿਖੀ ਸੀ ਕਿ
ਉਹਦਾ ਮੈਨੂੰ ਮਿਸਰਾ ਮੈਂ ਸ਼ੁਰੂ ਬੜਾ ਯਾਦ ਕਰਦਾ ਕਿ ਇਹ ਹੈ ਮੇਰੀ ਨਜ਼ਮ ਦੀ ਨਾਰਾਜ਼ਗੀ, ਪਿੰਜਰਾ ਹਾਂ ਮੈਂ ਤੇ ਉਹ ਪ੍ਰਵਾਜ਼ ਹੈ। ਸੋ ਇਹ ਮੇਰੀ ਕੁਝ ਸਾਲ ਪਹਿਲਾਂ ਦੀ ਲਿਖੀ ਗਜ਼ਲ ਹੈ, ਜਿਸ ਮੈਂ ਕਹਿੰਦਾ ਕਿ ਇੱਕ ਮੇਰੀ ਅਧਖੜ ਜਿਹੀ ਆਵਾਜ਼ ਹੈ, ਦੂਸਰੇ ਹੈ ਨਜ਼ਮ ਸੋ ਨਾਰਾਜ਼ ਹੈ। ਜੀ ਜੀ ਮੈਂ ਤੁਹਾਨੂੰ 2-3 ਸ਼ੇਰ ਉਹਦੇ ਤਰਨਮ ਤੇ ਸੁਣਾ। ਜੀ ਜੀ ਇੱਕ ਮੇਰੀ ਅਧਖੜ ਜਿਹੀ आवाज है, दूसरे है नज़्म सो नाराज है। ये है मेरी नज़्म दी नाराजगी, ये है मेरी नज़्म दी नाराजगी, पिंजरा हाँ मैं ते परवाज है। जी तो एक दा शेर सी, तगमियां दी थां ते हिक विच गोलियां, तगमियां दी थां ते हिक विच गोलियां, ये भी एक सन्मान दा अंदाज है। ये नहीं आकाशवाणी दोस्तों, ये नहीं आकाशवाणी दोस्तों, ये तां तुहदी धरत दी आवाज है। एक मेरी अधखड़ जही आवाज है, दूसरे है नज़्म सो नाराज है। ये है मेरी नज़्म दी नाराजगी, पिंजरा हाँ मैं ते ओ परवाज है। जी जी बहुत अच्छा पातर साहब। बहुत शुक्रिया। मैं हुण ਅੱਗੇ ਵੱਲ ਵਧਦੇ ਹਾਂ ਆਪਾਂ। ਤੁਸੀਂ ਇੱਕ ਕਵਿਤਾ ਲਿਖੀ ਜਿਹਦੇ ਵਿੱਚ ਨੰਦ ਕਿਸ਼ੋਰ ਤੇ ਰਾਮਕਲੀ ਦਾ ਦਰਦ ਸੀ। ਉਹਦੇ ਵਿੱਚ ਸਾਡੀ ਲੋਕਧਾਰਾ ਕਹਿੰਦੀ ਹੈ ਕਿ ਰਿਜ਼ਕ ਵੀ ਹੋਣੇ ਆਦਮੀ ਜਾਣ ਮੁਹੱਬਤਾਂ ਤੋੜ। ਰਿਜ਼ਕ ਦੇ ਪਿੱਛੇ ਪਿੱਛੇ ਨੰਦ ਕਿਸ਼ੋਰ ਤੇ ਰਾਮਕਲੀ ਪੰਜਾਬ ਦੇ ਵਿੱਚ ਆ ਗਏ ਸੀ, ਤੇ ਕਿੰਨੀਆਂ ਹੀ ਰਾਮਕਲੀਆਂ ਤੇ ਨੰਦ ਕਿਸ਼ੋਰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗਏ। ਪਰ ਇਸ ਸੰਕਟ ਕਾਲ ਦੇ ਵਿੱਚ ਅਸੀਂ ਦੇਖਿਆ ਕਿ ਉਹ ਨੰਦ ਕਿਸ਼ੋਰ ਤੇ ਰਾਮਕਲੀਆਂ ਕਿਵੇਂ ਸੜਕਾਂ ਦੇ ਉੱਤੇ ਰੁਲੀਆਂ। ਕਿ ਤੁਸੀਂ ਕਦੇ ਇਹ ਤਸੱਵਰ ਕੀਤਾ ਸੀ ਕਿ ਜਿਹੜੇ ਘਰਾਂ ਨੂੰ ਛੱਡ ਕੇ ਰਿਜ਼ਕ ਦੀ ਤਲਾਸ਼ ਦੇ ਵਿੱਚ ਇੱਧਰ ਆ ਗਏ ਸੀ ਲੋਕ, ਉਹ ਵਾਪਸ ਰਿਜ਼ਕ ਦੀ ਤਲਾਸ਼ ਦੇ ਵਿੱਚ ਤੇ ਘਰਾਂ ਤੱਕ ਪਹੁੰਚਣ ਲਈ ਇਸ ਤਰ੍ਹਾਂ ਸੜਕਾਂ ਦੇ ਉੱਤੇ ਰੁਲਣਗੇ? ਇਹਦੇ ਬਾਰੇ ਕਵੀ ਦੀ ਸੰਵੇਦਨਾ ਕੀ ਸੋਚਦੀ ਹੈ ਜੀ? ਮੈਂ 4 ਸਤਰਾਂ ਮੇਰੇ ਮਨ 'ਚ ਇੱਕ ਦਿਨ ਇਸ ਤਰ੍ਹਾਂ ਆਈਆਂ ਕਿ ਆਮ ਤੌਰ ਤੇ ਜਿਸ ਤਰ੍ਹਾਂ ਜਦੋਂ ਦੁੱਖ ਦੀ ਘੜੀ ਆਉਂਦੀ ਆ ਤੇ ਲੋਕ ਆਪਣੇ ਘਰ ਨੂੰ, ਆਪਣੇ ਮਾਤ ਭੂਮੀ ਨੂੰ, ਜਿਹਨੂੰ ਜਿੱਥੇ ਉਹਦਾ ਜਨਮ ਹੋਇਆ ਹੁੰਦਾ, ਉਧਰ ਨੂੰ ਜ਼ਰੂਰ ਤੁਰਦੇ ਆ। ਤੇ ਮੇਰੇ ਮਨ 'ਚ ਇਸ ਤਰ੍ਹਾਂ ਆਈਆਂ ਸੀ ਕਿ ਇਸ ਪ੍ਰਦੇਸ਼ ਅਸੀਂ ਨਹੀਂ ਰੁਲਣਾ, ਅਸੀਂ ਤਾਂ ਆਪਣੇ ਘਰ ਨੂੰ ਚੱਲੇ। ਕਿਆ ਬਾਤ ਹੈ। ਇਸ ਪ੍ਰਦੇਸ਼ ਅਸੀਂ ਨਹੀਂ ਰੁਲਣਾ, ਅਸੀਂ ਤਾਂ ਆਪਣੇ ਘਰ ਨੂੰ ਚੱਲੇ। ਉੱਥੇ ਕੁਝ ਵੀ ਕਰੀਏ, ਜੀਏ ਭਾਵੇਂ ਮਰੀਏ, ਅੰਤਮ ਵੇਲੇ ਆਪਣੀ ਧਰਤੀ ਮਾਂ ਦੀ ਗੋਦ 'ਚ ਕਿਰਨਗੇ ਸਾਡੇ ਹੰਝੂ। ਅੰਤਮ ਵੇਲੇ ਆਪਣੀ ਧਰਤੀ ਮਾਂ ਦੀ ਗੋਦ 'ਚ ਕਿਰਨਗੇ ਸਾਡੇ ਹੰਝੂ। ਹੰਝੂਆਂ ਦਾ ਕੋਈ ਮੁੱਲ ਹੋਵੇਗਾ, ਇੱਥੇ ਕਿਉਂ ਪ੍ਰਦੇਸ਼ 'ਚ ਰੋਈਏ। ਇਸ ਪ੍ਰਦੇਸ਼ 'ਚ ਅਸੀਂ ਨਹੀਂ ਰੁਲਣਾ, ਅਸੀਂ ਤਾਂ ਆਪਣੇ ਘਰ ਨੂੰ ਚੱਲੇ। ਕਿ ਉਹ ਇੱਕ ਬੇਬਸੀ, ਐਸੀ ਬੇਬਸੀ 'ਚੋਂ ਘਰਾਂ ਨੂੰ ਤੁਰੇ। ਸੋ ਉਹਨਾਂ ਦਾ ਦਰਦ ਸਭ ਨੇ ਮਹਿਸੂਸ ਕੀਤਾ। ਔਰ ਵਾਕਈ ਉਹ ਘੜੀਆਂ ਐਸੀਆਂ ਸੀ ਕਿ ਜਿੱਥੇ ਉਹ ਆਸਰੇ ਲਈ ਆਏ ਸੀਗੇ, ਉੱਥੋਂ ਨਿਰਾਸਰੇ ਹੋ ਕੇ ਪਰਤ ਰਹੇ ਸੀ। ਤੇ ਇਹ ਇੱਕ ਤਰ੍ਹਾਂ ਸਾਡੀ ਧਰਤੀ ਨੂੰ ਵੀ ਮਿਹਣਾ ਸੀ, ਪੰਜਾਬ ਨੂੰ ਵੀ ਮਿਹਣਾ ਸੀ, ਸਾਡੀ ਸਰਕਾਰ ਨੂੰ ਵੀ ਮਿਹਣਾ ਸੀ। ਜੀ 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 ਬਹੁਤ ਖੂਬਸੂਰਤ। ਪਾਤਰ ਸਾਹਿਬ ਹੁਣ ਥੋੜਾ ਜਿਹਾ ਉਸ ਪਾਸੇ ਵੱਲ ਆਉਣੇ ਆ
ਜਿਹੜੇ ਪੰਜਾਬ ਦੇ ਕੁਝ ਵੱਡੇ ਮਸਲੇ ਨੇ, ਇੱਕ ਬਤੌਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਹੋਣ ਦੇ ਨਾਤੇ ਪਿਛਲੇ 2-3 ਸਾਲਾਂ ਤੋਂ ਜਾਂ ਪਿਛਲੇ ਲੰਬੇ ਸਾਲਾਂ ਤੋਂ, ਵੈਸੇ ਤਾਂ 15-20 ਸਾਲਾਂ ਤੋਂ, 40 ਸਾਲਾਂ ਤੋਂ ਇਹ ਵਾਰ-ਵਾਰ ਇਸ਼ੂ ਆਉਂਦਾ ਰਿਹਾ ਕਿ ਪੰਜਾਬ ਦੀ ਕੋਈ ਸੱਭਿਆਚਾਰਕ ਨੀਤੀ ਨਹੀਂ ਹੈਗੀ। ਤੇ ਪਿਛਲੇ ਸਮੇਂ ਦੇ ਵਿੱਚ ਕੁਝ ਕੋਸ਼ਿਸ਼ਾਂ ਇਸ ਪਾਸੇ ਵੱਲ ਹੋਈਆਂ, ਪਰ ਉਹ ਮੈਨੂੰ ਲੱਗਦਾ ਹੈ ਕਿ ਕਿਸੇ ਅੰਜਾਮ ਤੇ ਨਹੀਂ ਪਹੁੰਚੀਆਂ ਹੈਗੀਆਂ, ਕਿਉਂਕਿ ਤੁਸੀਂ ਇਹਦੇ ਨਾਲ ਵਾਬਸਤਾ ਰਹੇ ਹੋ ਪੂਰੇ ਪ੍ਰੋਸੈਸ ਦੇ ਨਾਲ। ਥੋੜਾ ਜਿਹਾ ਇਹਦੇ ਬਾਰੇ ਦੱਸੋ ਕਿ ਸੱਭਿਆਚਾਰਕ ਨੀਤੀ ਦੀ ਕਿੰਨੀ ਕੁ ਲੋੜ ਹੈ ਪੰਜਾਬ ਨੂੰ, ਤੇ ਲੋੜ ਹੈ ਤਾਂ ਫਿਰ ਉਹ ਅਜੇ ਤੱਕ ਕਿਉਂ ਨਹੀਂ ਬਣ ਸਕੀ, ਕੀ ਸੰਭਾਵਨਾਵਾਂ ਨੇ? ਸੱਭਿਆਚਾਰਕ ਨੀਤੀ ਬਣਾਈ ਗਈ, ਉਹ ਮਤਲਬ ਜਿਸ ਤਰ੍ਹਾਂ ਕਿ, ਪਰ ਮੇਰੇ ਖਿਆਲ 'ਚ ਇੱਕ ਤਾਂ ਪਹਿਲੀ ਗੱਲ ਹੈ ਕਿ ਉਸ ਤਰ੍ਹਾਂ ਉਹ ਪ੍ਰਕਾਸ਼ 'ਚ ਹੀ ਨਹੀਂ ਆਈ ਕਿ ਬਹੁਤ ਲੋਕਾਂ ਤੱਕ ਉਹ ਪਹੁੰਚਣੀ ਚਾਹੀਦੀ ਸੀ ਕਿ ਉਹ ਸੱਭਿਆਚਾਰਕ ਨੀਤੀ ਵਿੱਚ ਕੀ ਆ। ਸੋ ਉਹਦੇ ਵਿੱਚ ਜਿਹੜੀਆਂ ਬਹੁਤੀਆਂ ਗੱਲਾਂ ਸੀਗੀਆਂ ਉਹੀ ਸੀਗੀਆਂ ਕਿ ਜਿਵੇਂ ਉਹ ਤਾਂ ਇੱਕ ਅਸੀਂ ਸਭ ਜਾਣਦੇ ਕਿ ਪੰਜਾਬ ਵਿੱਚ ਕਲਾ ਦਾ, ਯਾਨੀ ਕੋਮਲ ਕਲਾਵਾਂ ਪ੍ਰਫੁੱਲਤ ਹੋਣ, ਉਹਦੇ ਲਈ ਬਹੁਤ ਸਾਰਾ ਕੰਮ ਕਰਨਾ। ਤੋ ਮੈਂ ਸਮਝਦਾ ਕਿ ਜੋ ਪੰਜਾਬ ਆਰਟਸ ਕੌਂਸਲ ਜਾਂ ਪੰਜਾਬ ਆਰਟਸ ਕੌਂਸਲ ਤਿੰਨੇ ਅਕੈਡਮੀਆਂ ਨੇ ਇਹਨਾਂ ਦਿਨਾਂ 'ਚ ਕੀਤਾ, ਇਸ ਵਕਤ 'ਚ ਕੀਤਾ, ਉਹ ਕਾਫੀ ਹੱਦ ਤੱਕ ਇਸ ਗੱਲ ਨੂੰ ਤਾਂ ਸੰਪੂਰਨ ਕਰ ਰਿਹਾ ਸੀ ਕਿ ਮਤਲਬ ਮੇਰੇ ਖਿਆਲ 'ਚ ਪਹਿਲੀ ਵਾਰੀ ਪੰਜਾਬ ਸਾਹਿਤ ਅਕੈਡਮੀ, ਪੰਜਾਬ ਆਰਟ ਕੌਂਸਲ ਤੇ ਪਿੰਡਾਂ ਵਿੱਚ, ਜਿਵੇਂ ਅਸੀਂ ਸ਼ੁਰੂਆਤ ਕੀਤੀ ਤਾਂ ਅਸੀਂ ਧਨੀਰਾਮ ਚਾਤਰਿਕ ਦੇ ਪਿੰਡ ਲੋਪੋਕੋ ਤੋਂ ਕੀਤੀ, ਪ੍ਰੀਤਨਗਰ ਤੋਂ ਕੀਤੀ, ਢੁੱਡੀ ਕੇ ਗਏ, ਔਰ ਹਰਪੰਜ ਸਿੰਘ ਹੁੰਦਲ ਦੇ ਪਿੰਡ ਗਏ, ਕਿ ਇੱਕ ਤਰ੍ਹਾਂ ਪਿੰਡਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਜਿਹੜੀ ਉਹ ਸੱਭਿਆਚਾਰਕ ਨੀਤੀ ਦਾ ਇੱਕ ਅੰਗ ਹੀ ਸਮਝੋ ਕਿ ਅੰਗ ਸੀਗਾ, ਕਿ ਜਿਹਦੇ ਵਿੱਚ ਅਸੀਂ ਸੀਗਾ ਕਿ ਦੋ ਸਾਡੇ ਲਈ ਮੁੱਖ ਆਸ਼ਿਤ ਸੀ ਕਿ ਇੱਕ ਤਾਂ ਨੌਜਵਾਨਾਂ ਨੂੰ ਕਲਾ ਨਾਲ ਜੋੜਨਾ, ਦੂਜਾ ਸੀਗਾ ਕਿ ਪਿੰਡਾਂ ਨਾਲ ਇੱਕ ਸੰਬੰਧ ਸਥਾਪਿਤ ਕਰਨਾ। ਸੋ ਉਹਦੇ ਲਈ ਕੁਝ ਯਤਨ ਹੋਏ। ਸੋ ਬਹੁਤ ਸਾਰੇ ਸਮਾਗਮ ਅਸੀਂ ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ ਹੀ, ਅਕੈਡਮੀਆਂ ਨੇ ਵੀ ਤੇ ਆਰਟਸ ਕੌਂਸਲ ਨੇ ਵੀ ਕੀਤੇ। ਇੱਦਾਂ ਹੀ ਅਸੀਂ ਜਾਣੀ ਇੱਕ ਤਰ੍ਹਾਂ ਇੱਕ ਰਬਾਬ ਉਤਸਵ, ਉਸ ਤੋਂ ਇਲਾਵਾ ਇੱਕ ਮਲੇਰਕੋਟਲਾ ਦਿਵਸ ਕੀਤਾ ਕਿ ਮਲੇਰਕੋਟਲੇ ਦੇ ਸੱਭਿਆਚਾਰ ਨੂੰ ਲਿਆਂਦਾ ਗਿਆ। ਸੋ ਦੂਜਾ ਸੀਗਾ ਕਿ ਜਿਹੜੀ ਇੱਕ ਗੱਲ ਬਹੁਤ ਵਾਰ-ਵਾਰ ਲੋਕਾਂ ਦੇ ਮਨ 'ਚ ਆਉਂਦੀ ਸੀ ਕਿ ਜੋ ਪੰਜਾਬ ਵਿੱਚ ਗਾਇਕੀ ਦੀ, ਜਿਹਨੂੰ ਅਸੀਂ ਲੱਚਰ ਗਾਇਕੀ ਜਾਂ ਨੀਵੇਂ ਪੱਧਰ ਦੀ ਗਾਇਕੀ ਸਮਝਦੇ, ਉਹਨੂੰ ਠੱਲ ਪਾਉਣ ਲਈ ਕੀ ਕੀਤਾ ਜਾ ਸਕਦਾ। ਔਰ ਉਹਨੂੰ ਠੱਲ ਪਾਉਣ ਲਈ ਬਹੁਤ ਵਾਰ ਇਸ ਨੀਤੀ ਦੇ ਬਣਨ ਤੋਂ ਪਹਿਲਾਂ ਵੀ ਤੇ ਇਸ ਨੀਤੀ ਦੇ ਬਣਨ ਵੇਲੇ ਵੀ ਬਹੁਤ ਬਹਿਸਾਂ ਵੀ ਹੋਈਆਂ, ਮੀਟਿੰਗਾਂ ਵੀ ਹੋਈਆਂ, ਪਰ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਇਸ ਗੱਲ ਬਾਰੇ ਸਹਿਮਤੀ ਨਹੀਂ ਹੋ ਸਕੀ ਕਿ ਇਹਦੇ 'ਚ ਬੰਦਿਸ਼ ਲਾਉਣ ਲਈ ਕੋਈ ਸਰਕਾਰੀ ਕੰਟਰੋਲ ਕੀਤਾ ਜਾਵੇ। ਸੋ ਬਹੁਤੀ ਗਿਣਤੀ ਦੀ ਇਹੀ ਰਾਏ ਨਿਕਲੀ ਕਿ ਸਾਨੂੰ ਇੱਕ ਆਪਣੀ ਸਮਾਨਾਂਤਰ ਨਦੀ ਬਹਾਉਣੀ ਚਾਹੀਦੀ ਹੈ, ਕਿ ਸਾਨੂੰ ਇੱਕ ਸਮਾਨਾਂਤਰੀ ਕਲਚਰ ਜਿਹੜਾ, ਕਿ ਸਾਨੂੰ ਚੰਗੀ ਗਾਇਕੀ ਨੂੰ ਉਤਸ਼ਾਹਿਤ ਕਰਨਾ, ਕਿ ਉਹ ਤਰੀਕਾ ਸਭ ਤੋਂ ਵਧੀਆ ਹੋਵੇਗਾ, ਨਾ ਕਿ ਅਸੀਂ ਇੱਕ ਉਹਨੂੰ ਪੁਲਿਸ ਦਾ ਉਹਨਾਂ ਦੀ ਇਹੋ ਜਿਹਾ ਰਾਖਦਾਰ ਕਰੀਏ। ਇਸ ਗੱਲ ਬਾਰੇ ਸਹਿਮਤੀ ਨਹੀਂ ਹੋ ਸਕੀ ਕਦੀ ਵੀ ਕਿ ਇਸ ਤਰ੍ਹਾਂ ਦਾ ਅਸੀਂ ਕੋਈ ਕਦਮ ਸਰਕਾਰ ਚੁੱਕੇ। ਉਹਦੇ ਰਾਜ ਬੜੇ ਤਰ੍ਹਾਂ ਦੇ ਲੋਕਾਂ ਦੇ ਸਵਾਲ ਸੀ ਕਿ ਇਸ ਤਰ੍ਹਾਂ ਤਾਂ ਤੁਸੀਂ ਇੱਕ ਤੇ ਲਾ ਰਹੇ ਹੋ, ਪਹਿਲਾਂ ਹੀ ਉਹ ਤਾਂ ਸੈਂਸਰ ਬੋਰਡ ਪਹਿਲਾਂ ਹੀ ਹੈ, ਫਿਲਮਾਂ ਲਈ ਵੀ ਹੈ, ਹਰ ਚੀਜ਼ ਲਈ ਹੈ, ਕਿ ਇਹ ਉਸ ਗੱਲ ਬਾਰੇ ਸਹਿਮਤੀ ਨਹੀਂ ਹੋ ਸਕੀ ਸੀ। ਲੇਕਿਨ ਇਸ ਗੱਲ ਬਾਰੇ ਜ਼ਰੂਰ ਹੋਇਆ ਕਿ ਅਸੀਂ ਨੌਜਵਾਨਾਂ ਦੇ ਉਹਦਾ ਪ੍ਰਸਾਰ ਕਰਨ ਲਈ ਕੁਝ ਕੰਮ ਕਰੀਏ। ਇੱਕ ਗੱਲ ਜੋ ਜਿਹੜੀ ਸਾਹਮਣੇ ਆਈ ਸੀ, ਯਾਨੀ ਕਾਫੀ, ਉਹ ਸੀਗੀ ਵਿਦਿਅਕ ਅਦਾਰਿਆਂ ਤੇ ਸੱਭਿਆਚਾਰ ਨੂੰ ਜੋੜਨਾ, ਜਿਸ ਚੀਜ਼ ਸਾਡਾ ਬਹੁਤ ਲੋਕਾਂ ਦਾ ਮਤ ਸੀ ਕਿ ਜੋ ਜਿਵੇਂ ਕਾਲਜ ਜਾਂ ਯੂਨੀਵਰਸਿਟੀਆਂ ਨੇ, ਉਹਦੇ ਵਿੱਚ ਜਿਵੇਂ ਭਾਵੇਂ ਉਹ ਇੰਜੀਨੀਅਰਿੰਗ ਪੜ੍ਹਦੇ ਹੋਣ, ਭਾਵੇਂ ਸਾਇੰਸ ਪੜ੍ਹਦੇ ਹੋਣ, ਉਹਨਾਂ ਲਈ ਇੱਕ ਕਲਚਰ ਦਾ ਪੀਰੀਅਡ ਜ਼ਰੂਰ ਹੋਵੇ, ਕਿ ਬੇਸ਼ੱਕ ਬਾਕੀ ਪੀਰੀਅਡਾਂ 'ਚ ਉਹਨਾਂ ਦਾ ਸਮਾਂ ਘਟਾ ਕੇ, ਲੇਕਿਨ ਇੱਕ ਉਹਨਾਂ ਦਾ ਇੱਕ ਪੀਰੀਅਡ ਉਹਨਾਂ ਦਾ ਪੰਜਾਬੀ ਕਲਚਰ ਜਾਂ ਮਿਊਜ਼ਿਕ ਬਾਰੇ ਜਾਂ ਪੇਂਟਿੰਗ ਬਾਰੇ, ਤਾਂ ਜੋ ਬਹੁਤ ਵੱਡੀ ਗੱਲ ਇਹੀ ਹੈ ਕਿ ਨੌਜਵਾਨਾਂ ਨੂੰ ਇੱਕ ਕਲਾ ਦੀ ਚੇਤਨਾ ਦੇਣੀ। ਸੋ ਉਹਦੇ ਮਾਮਲੇ 'ਚ ਮੈਂ ਤੁਹਾਡੇ ਸਵਾਲ ਦੇ ਜਵਾਬ ਇਹੀ ਕਹਿ ਸਕਦਾ ਕਿ ਅਸੀਂ ਕਿਸੇ
ਆਵਾਜ਼ ਨਹੀਂ ਆ ਰਹੀ ਡਾਕਟਰ ਸਾਹਿਬ। ਆਵਾਜ਼ ਕਿਤੇ ਕਨੈਕਸ਼ਨ ਪੂਅਰ ਹੈ ਸਰ ਦਾ। ਪਾਤਰ ਸਾਹਿਬ, ਪਾਤਰ ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਂ ਆ ਰਹੀ ਹੈ ਜੀ ਹੁਣ ਜੀ 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 ਠੀਕ ਹੈ। ਹਾਂ, ਸੋ ਮੈਂ ਸਮਝਦਾ ਕਿ ਅਸੀਂ ਕਿਸੇ ਹੱਦ ਤੱਕ ਕਾਮਯਾਬ ਹੋਏ ਹਾਂ ਕਿ ਜਿਹੜੀ ਇਹ ਥਿਊਰੀ ਸੀ ਕਿ ਸਾਨੂੰ ਇੱਕ ਸਮਾਨਾਂਤਰ ਸੱਭਿਆਚਾਰਕ ਨਦੀ ਸਾਡੀ ਚਾਹੀਦੀ ਹੈ ਜੀ ਜੀ ਤੇ ਜੀ ਅਸੀਂ ਉਸੇ ਹੀ ਉਸ ਜੀ ਸਰ। ਹਾਂਜੀ ਦੀਪ ਜੀ ਜੀ। ਜੀ ਪਾਤਰ ਸਾਹਿਬ, ਮੈਂ ਹੁਣ ਆਖਰੀ ਸਵਾਲ ਤੁਹਾਨੂੰ ਕਰਨਾ ਹੈ, ਇਸ ਤੋਂ ਬਾਅਦ ਆਪਾਂ ਸਵਾਲ ਜਿਹੜੇ ਹੈਗੇ ਨੇ ਉਹ ਸਾਡੇ ਵਿਊਅਰਸ ਤੋਂ ਲਵਾਂਗੇ। ਆਖਰੀ ਸਵਾਲ ਇਹ ਹੈ ਕਿ ਹਰੇਕ ਯੁੱਗ ਦੇ ਵਿੱਚ ਕੁਝ ਸ਼ਾਇਰ ਹੁੰਦੇ ਨੇ ਜਿਹੜੇ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਸਰਾਹੇ ਜਾਂਦੇ ਨੇ, ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ। ਕਿਸੇ ਦੌਰ ਦੇ ਵਿੱਚ ਸ਼ਿਵ ਨੇ ਰਾਜ ਕੀਤਾ, ਫਿਰ ਕਿਸੇ ਦੌਰ ਦੇ ਵਿੱਚ ਪਾਸ਼ ਨੇ ਰਾਜ ਕੀਤਾ। ਇਸ ਵੇਲੇ ਪੰਜਾਬੀ ਮਨਾਂ ਦੇ ਵਿੱਚ ਤੁਹਾਡੀ ਬਹੁਤ ਉੱਚੀ ਥਾਂ ਹੈ ਕਿ ਤੁਸੀਂ ਆਪਣੀ ਵਿਲੱਖਣਤਾ ਕਿਸ ਰੂਪ ਦੇ ਵਿੱਚ ਸਮਝਦੇ ਹੋ ਕਿ ਤੁਸੀਂ ਇੱਕ ਯੁੱਗ ਕਵੀ ਦੇ ਤੌਰ ਤੇ ਸਥਾਪਿਤ ਹੋਏ, ਜੇ ਤੁਸੀਂ ਆਪਣੇ ਆਪ ਦਾ ਮੁਲਾਂਕਣ ਕਰੋ ਤਾਂ। ਜੀ ਪਾਤਰ ਸਾਹਿਬ, ਆਵਾਜ਼ ਆ ਰਹੀ ਹੈ ਜੀ? ਮੈਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਸੋਹਣੇ ਬੋਲ ਕਹੇ ਜੀ। ਔਰ ਦੂਜੀ ਗੱਲ ਮੈਂ ਸਮਝਦਾ ਕਿ ਸ਼ਾਇਦ ਕੋਈ ਵੀ ਕਵੀ ਜਾਂ ਕਲਾਕਾਰ ਇਸ ਗੱਲ ਬਾਰੇ ਸੁਚੇਤ ਨਹੀਂ ਹੁੰਦਾ ਕਿ ਮੈਂ ਕੁਝ ਵਿਲੱਖਣ ਕਰਨ ਜਾ ਰਿਹਾ ਕਿ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਕਿ ਸਿਰਫ ਮੈਂ ਏਦਾਂ ਸਮਝਦਾ ਹੁੰਦਾ ਕਿ ਮੈਂ ਕਿ ਜਿਹੜੀ ਕਈ ਵਾਰੀ ਅਸੀਂ ਕਈ ਲੋਕ ਕਿਸੇ ਫੈਸ਼ਨ ਮਗਰ ਚੱਲ ਪੈਂਦੇ ਆ ਕਿ ਜੋ ਤੁਸੀਂ ਸਾਡੇ ਦੁਨੀਆ 'ਚ ਆਉਂਦੇ ਹੋ, ਜਦੋਂ ਤੁਸੀਂ ਆਪਣੀ ਸੁਰਤ ਸੰਭਾਲਦੇ ਹੋ ਤਾਂ ਤੁਸੀਂ ਅਕਸਰ ਕਿਸੇ ਧਾਰਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਕਿਸੇ ਔਰ ਜੋ ਮੇਰੇ ਲਈ ਸਿਧਾਂਤ ਸੀਗਾ ਉਹੀ ਸੀਗਾ ਕਿ ਇੱਕ ਅਮੀਰ ਤੱਕ ਅਮੀਰ ਹੋਣਾ ਦਾ ਸ਼ੇਰ ਹੈ ਜਿਹੜਾ ਮੈਂ ਅਕਸਰ ਕੋਟ ਕਰਦਾ ਹੁੰਦਾ कि अपने अल्फाज में बात अपनी करो, मीर का शेर तो मीर का शेर है। कि ਅਸੀਂ ਜਦੋਂ ਅਸੀਂ ਆਪਣੀ ਭਾਵਨਾਵਾਂ ਨੂੰ ਆਪਣੀ ਕਵਿਤਾ 'ਚ ਲੈ ਕੇ ਆਵਾਂਗੇ, ਨਾ ਕਿ ਜੋ ਕੋਈ ਫੈਸ਼ਨ ਚੱਲ ਰਿਹਾ ਹੋਵੇ ਜਾਂ ਜਿਹੜੀ ਬਾਤ ਦੀ ਜਿਹੜੀ ਲਹਿਰ ਹੋਵੇ ਤੇ ਉਹ ਸ਼ਾਇਦ ਉਹਨਾਂ ਮੁੱਲਵਾਨ ਨਹੀਂ ਹੁੰਦਾ। ਅਸੀਂ ਭਾਵੇਂ ਨਿੱਕੀ ਗੱਲ ਕਰੀਏ ਪਰ ਉਹ ਸਾਡੀ ਗੱਲ ਹੋਵੇ। तो मैं एक बारी बहुत लाइटली मैं कह सका कि लख सफा मैं फुलिया कित्यों भी ना लभ्या ताही लिखना पै गया अपने जी दा हाल। कि मैं बहुत पढ़िया लेकिन मैंने लगा कि मेरे दिल दा हाल है नहीं गा। तो एक मैं होर शेयर लिखा सी लाइट विच, मैं कहा सी कि गालिब बहुत कमाल दा शायर सी, फिर भी पात्र नूं भी लिखना पिया जो उसके दिल च सी। क्या बात है, क्या बात। शायर तो बहुत बड़े हो चुके लेकिन हर शायर ਨੂੰ ਲਿਖਣਾ ਪੈਂਦਾ ਜੋ ਉਹਦੇ ਦਿਲ ਵਿੱਚ ਹੁੰਦਾ। ਸੋ ਉਸੇ ਗੱਲ ਮੈਂ ਸਮਝਦਾ ਕਿ ਇੱਕ ਮੌਲਿਕਤਾ ਹੁੰਦੀ ਆ ਖੂਬਸੂਰਤ ਜਦੋਂ ਅਸੀਂ ਆਪਣੀ ਦਿਲ ਦੀ ਗੱਲ ਭਾਵੇਂ ਕਿੰਨੀ ਛੋਟੀ ਹੋਵੇ ਲੇਕਿਨ ਜੇ ਅਸੀਂ ਉਹਨੂੰ ਸ਼ਿੱਦਤ ਨਾਲ ਸ਼ੇਅਰ ਕਰਦੇ ਹਾਂ ਤਾਂ ਅਸੀਂ ਆਪਣੀ ਆਪਣਾ ਇੱਕ ਵੱਖਰਾਪਨ ਸਥਾਪਿਤ ਕਰਦੇ ਹਾਂ ਜਾਂ ਉਹ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੀ ਆ। ਦੂਜੀ ਗੱਲ ਇਹ ਹੈ ਕਿ ਮੈਂ ਕਿਹਾ ਜਿਹੜੀ ਗੱਲ ਦਿਲ ਚੋਂ ਨਿਕਲੇ ਉਹ ਦਿਲ 'ਚ ਹੀ ਉਤਰਦੀ ਆ। ਸੋ ਇਦਾਂ ਦੇ ਮੈਂ ਕਵਿਤਾ ਬਾਰੇ ਮਹਿਸੂਸ ਕਰਦਾ ਕਿ ਕਵਿਤਾ ਹਮੇਸ਼ਾ ਲਿਖਣੀ ਜਦੋਂ ਆਪਾਂ ਕਈ ਵਾਰੀ ਆਪਾਂ ਸਿਰਫ ਜ਼ੋਰ ਨਾਲ ਲਿਖੀਏ। ਤੇ ਮੈਨੂੰ ਯਾਦ ਹੈ ਕਿ ਸੇਖੋਂ ਸਾਹਿਬ ਮੇਰੇ ਕੋਲ ਕਹਿੰਦੇ ਕਿ ਤੂੰ ਉਦੋਂ ਮੈਂ 23-24 ਸਾਲ ਦਾ ਸੀਗਾ ਤੇ ਮੈਨੂੰ ਕਹਿਣ ਲੱਗੇ ਮੁੰਡਿਆ ਤੂੰ ਕੀ ਲਿਖਦਾ ਹੁੰਦਾ? ਮੈਂ ਕਿਹਾ ਜੀ ਮੈਂ ਕਵਿਤਾ ਲਿਖਦਾ ਹੁੰਦਾ। ਕਹਿੰਦੇ ਕੁਝ ਹੋਰ ਵੀ ਲਿਖਿਆ ਕਰ, ਕਵਿਤਾ ਦਾ ਕੀ ਪਤਾ ਆਵੇ ਨਾ ਆਵੇ ਨਾ ਹੀ ਆਵੇ। ਕੀ ਬਾਤ ਹੈ ਜੀ। ਕਵਿਤਾ ਦੇ ਵਿੱਚ ਕੀ ਹੈ ਕਿ ਉਹਦੇ 'ਚ ਜ਼ਰੂਰ ਇੱਕ ਹਾਸਾ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਕੋਈ ਕਵਿਤਾ ਦਾ ਫਾਰਮੂਲਾ ਬਣਾ ਕੇ
ਉਸ ਤਰ੍ਹਾਂ ਦੀ ਕਵਿਤਾ ਲਿਖ ਸਕੋ। ਉਹ ਕਵਿਤਾ 'ਚ ਤੁਹਾਡਾ ਸਾਰਾ ਵਜੂਦ ਸ਼ਾਮਲ ਹੁੰਦਾ। ਔਰ ਜਿਵੇਂ ਮੈਂ ਕਿਹਾ ਸੀ ਕਿ ਕਈ ਵਾਰ ਤੁਹਾਨੂੰ ਸਦਮੇ ਚੁੱਪ ਵੀ ਕਰਾ ਦਿੰਦੇ ਆ। ਸੋ ਕਵਿਤਾ ਦੀ ਰਚਨਾ ਦੇ ਵਿੱਚ ਕਵੀ ਦਾ ਆਪਣਾ ਵਸ ਇੰਨਾ ਹੀ ਹੁੰਦਾ ਕਿ ਉਹ ਆਪਣੇ ਅਵਚੇਤਨ 'ਚੋਂ ਉੱਠਦੀਆਂ ਆਵਾਜ਼ਾਂ ਨੂੰ ਪਕੜ ਸਕੇ। ਸੋ ਕਿਸੇ ਦਾ ਮੈਨੂੰ ਕਥਨ ਯਾਦ ਆ, ਉਹ ਕਹਿੰਦਾ ਕਿ ਕਵੀਆ ਜੇ ਕਵਿਤਾ ਕਵੀ ਨੂੰ ਕਹਿੰਦੀ ਆ, ਕਵੀਆ ਜੇ ਤੂੰ ਚੁੱਪ ਕਰੇ ਤਾਂ ਮੈਂ ਬੋਲਾਂ। ਕਿ ਕਈ ਵਾਰ ਕਵੀ ਆਪ ਬਹੁਤ ਬੋਲਣ ਲੱਗ ਪੈਂਦਾ ਕਿ ਕਵੀ ਕਹਿੰਦਾ ਕਿ ਮੈਂ ਇੱਦਾਂ ਲਿਖਾਂ, ਲੇਕਿਨ ਇਹ ਆ ਕਿ ਉਹਨੂੰ ਕਵਿਤਾ ਨੂੰ ਬੋਲਣ ਦੇਣਾ ਚਾਹੀਦਾ। ਕਵਿਤਾ ਨੂੰ ਤਾਂ ਹੀ ਬੋਲਾਂਗੇ ਜੇ ਅਸੀਂ ਆਪਣੇ ਅੰਦਰਲੀ ਜਿਹੜੀ ਚੁੱਪ ਹੈ ਅਸੀਂ ਉਹਨੂੰ ਸੁਣ ਕੇ ਕੋਈ ਬੋਲ ਕਹਾਂਗੇ। ਸੋ ਮੈਂ ਆਪਣੇ ਆਪ ਨੂੰ ਬੜੀ ਨਿਮਰਤਾ ਨਾਲ, ਹਲੀਮੀ ਨਾਲ ਮੈਂ ਤੇ ਹੀ ਕਹਿ ਸਕਦਾ ਕਿ ਮੈਂ ਇੱਦਾਂ ਕੋਸ਼ਿਸ਼ ਕੀਤੀ ਹੈ ਕਿ ਜੋ ਮੇਰੇ ਨਾਲ ਵਾਪਰਿਆ, ਜੋ ਮੈਨੂੰ ਹੋ ਰਿਹਾ, ਕਿ ਉਸ ਚੀਜ਼ ਨੂੰ ਮੈਂ ਲਿਖਾਂ ਤੇ ਉਹੀ ਮੇਰੀ ਰਚਨਾ ਹੋਊਗੀ। तो बाकी है कि तरफ बहुत सी कवि बनती लिखण दी पढ़न दी बहुत पढ़ना, लेकिन है कि जदों कॉलेज च आए कि मैं बहुत देर तक खूह पुट रहा सी, मिट्टी आ रही सी, पर जो मैं कॉलेज च मैंने कहा कि हाँ हुण थोड़ा पानी आउण लगा, तो शायद अजे भी मिट्टी आ रही होवे, लेकिन उदों मेरा एहसास सी कि ये मैं कुछ कविता दे नेड़े पहुंचा। जी 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 पत्र साहब, बहुत सारे सवाल मेरे मन दे विच भी ने ते बहुत सारे सवाल साडे व्यूअर्स ਦੇ ਮਨ ਦੇ ਵਿੱਚ ਵੀ ਹੋਣਗੇ, ਤੇ ਹੁਣ ਮੈਂ ਆਪਣੇ ਸਵਾਲਾਂ ਨੂੰ ਵਿਰਾਮ ਦੇ ਕੇ ਰਿਕੁਐਸਟ ਕਰਦਾ ਸਾਡੇ ਵਿਊਅਰਸ ਨੂੰ, ਪਲੀਜ਼ ਉਹੀ ਬੰਦਾ ਆਪਣਾ ਮਾਈਕ ਅਨਮਿਊਟ ਕਰਿਓ ਜਿਹਨੂੰ ਕੋਈ ਸਵਾਲ ਕਰਨਾ ਹੈ, ਸਾਰੇ ਨਾ ਕਰਿਓ, ਫਿਰ ਰੌਲਾ ਬਹੁਤ ਪੈ ਜਾਂਦਾ ਹੈ। ਸੋ ਪਹਿਲਾਂ ਤਾਂ ਮੈਂ ਸੋਲ ਮੈਮ ਨੂੰ ਆਵਾਜ਼ ਦੇ ਰਿਹਾ ਕਿ ਉਹ ਕੋਈ ਗੱਲ ਪਾਤਰ ਸਾਹਿਬ ਤੋਂ ਪੁੱਛਣਾ ਚਾਹੁੰਦੇ ਨੇ। ਮੈਡਮ ਸੋਲ। ਸ਼ੁਕਰੀਆ ਡਾਕਟਰ ਦੀਪ ਜੀ। ਪਾਤਰ ਸਾਹਿਬ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਤੇ ਮੈਂ ਨਾਲ ਫੇਸਬੁੱਕ ਤੇ ਜਿਹੜੇ ਲਾਈਵ ਸਾਡੇ ਕੋਲੇ ਮੈਸੇजेस ਸੁਨੇਹਾ ਆ ਰਹੇ ਨੇ, ਮੈਂ ਉਹਨਾਂ ਦੇ ਨਾਮ ਵੀ ਨੋਟ ਕੀਤੇ ਨੇ, ਤੇ ਉਹਨਾਂ ਦੇ ਜਿਹੜੇ ਸਵਾਲ ਨੇ ਮੈਂ ਉਹਨਾਂ ਚੋਂ ਹੀ ਇੱਕ ਸਵਾਲ ਪਾਤਰ ਸਾਹਿਬ ਨੂੰ ਪੁੱਛ ਰਹੀ ਹਾਂ ਕਿ ਉਹਨਾਂ ਨੇ ਕਿਹਾ ਕਿ ਸੰਕਟ ਕਾਲ ਦੇ ਸਮੇਂ ਦੇ ਵਿੱਚ ਇੱਕ ਲੇਖਕ ਦਾ ਕੀ ਰੋਲ ਹੋਣਾ ਚਾਹੀਦਾ ਜੀ। ਇਹ ਸਵਾਲ ਹੈਗਾ। ਇੱਕ ਸਦੀਕ ਕੰਗ ਨੇ, ਉਹਨਾਂ ਨੇ ਕਿਹਾ ਕਿ ਵਰਕਸ਼ਾਪਾਂ ਲਾਓ ਨਵੇਂ ਕਵੀਆਂ ਦੇ ਲਈ ਤਾਂ ਕਿ ਉਹ ਵੀ ਅੱਗੇ ਆਉਣ। ਸੋ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਹੈਗੇ ਨੇ ਲੇਖਕ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ, ਬਾਅਦ ਵਿੱਚ ਮੈਂ ਉਹਨਾਂ ਦੇ ਨਾਮ ਵੀ ਲਵਾਂਗੀ, ਪਰ ਇਸ ਸਵਾਲ ਦਾ ਜਵਾਬ ਅਸੀਂ ਪਾਤਰ ਸਾਹਿਬ ਤੋਂ, ਇੱਕ ਦਰਸ਼ਕ ਦਾ ਸਵਾਲ ਆ, ਉਹਦੇ ਬਾਰੇ ਮੈਂ ਜਾਣਨਾ ਚਾਹਾਂਗੀ। ਦੇਖੋ ਕਿ ਸੰਕਟ ਕਾਲ ਔਰ ਸਾਹਿਤ ਦਾ, ਜਿਵੇਂ ਪਹਿਲਾਂ ਵੀ ਗੱਲ ਕਰ ਰਹੇ ਕਿ ਬਹੁਤ ਗਹਿਰਾ ਰਿਸ਼ਤਾ, ਔਰ ਕਈ ਵਾਰੀ ਸਾਨੂੰ ਕਵਿਤਾ ਸੰਕਟ ਕਾਲ ਚੋਂ ਨਿਕਲਣ ਦੀ ਸਾਡੀ ਸਹਾਇਤਾ ਕਰਦੀ ਹੈ। ਕਿ ਜਿਵੇਂ ਹੁਣ ਇਹ ਦਿਨ ਸੀ ਕਿ ਕੋਈ ਬੰਦਾ ਬਹੁਤ ਉਦਾਸ ਵੀ ਹੋ ਸਕਦਾ, ਬਹੁਤ ਨਿਰਾਸ਼ ਹੋ ਸਕਦਾ, ਤਾਂ ਮੈਨੂੰ ਕਿਸੇ ਬੰਦੇ ਨੇ ਲਿਖਿਆ ਕਿ ਮੇਰਾ ਲੋਕਡਾਊਨ ਵਿੱਚ ਮੈਨੂੰ ਬਹੁਤ ਦਮ ਘੁੱਟਦਾ, ਤੇ ਮੈਂ ਉਹਨੂੰ ਮੈਂ ਥੋੜਾ ਸੀਰੀਅਸ ਲਾਈਟਲੀ ਮੈਂ ਉਹਨੂੰ ਥੋੜਾ ਹਲਕੇ ਭਾਵ ਨਾਲ, ਥੋੜਾ ਗੰਭੀਰ ਮੈਂ ਉਹਨੂੰ ਇੱਕ ਲਾਈਨ ਲੈ ਕੇ ਭੇਜੀ। ਮੈਂ ਲਿਖਿਆ ਕਿ ਲੋਕਡਾਊਨ ਵਿੱਚ ਜੇਕਰ ਤੇਰਾ ਦਮ ਬਹੁਤਾ ਹੀ ਘੁੱਟਦਾ, ਆਪਣੇ ਘਰ ਵਿੱਚ ਮੂਰਤ ਲਾ ਲਾ ਇੱਕ ਨੈਲਸਨ ਮੰਡੇਲਾ ਦੀ। ਨੈਲਸਨ ਮੰਡੇਲਾ ਸੀਗਾ, ਉਹ ਕਿੰਨੇ ਸਾਲ ਉਹ ਵਿਚਾਰਾ ਇਕਾਂਤ ਚ ਇਕੱਲਾ, ਇੱਕ ਜਾਣੀ ਬਿਲਕੁਲ ਬਹੁਤ ਛੋਟੇ ਕਮਰੇ ਚ ਕਿੰਨੇ ਦਹਾਕੇ ਹੋ ਰਿਹਾ। ਮੈਂ ਕਿਹਾ 27 ਸਾਲ ਦਾ ਉਹ ਮੈਂ ਕਹਿੰਦਾ ਇੱਕ ਤਰ੍ਹਾਂ ਉਹਨੂੰ ਹੌਸਲਾ ਸੀ ਕਿ ਕੋਈ ਵੱਡੀ ਗੱਲ ਨਹੀਂ, ਮਤਲਬ ਆਪਾਂ ਰਹਿ ਸਕਦੇ ਹਾਂ। ਦੂਜਾ ਇਹ ਕਿ ਜੋ ਬੱਚਿਆਂ ਲਈ, ਨਵੇਂ ਲੇਖਕਾਂ ਲਈ ਵਰਕਸ਼ਾਪ ਲਾਉਣ ਦਾ ਕੰਮ, ਉਹ ਵਾਕਈ ਇੱਕ ਬਹੁਤ ਹਮੇਸ਼ਾ ਸੰਕਟ ਕਾਲ ਵੇਲੇ ਵੀ ਔਰ ਸੰਕਟ ਕਾਲ ਤੋਂ ਬਿਨਾਂ ਵੀ ਉਹ ਇੱਕ ਬਹੁਤ ਅਹਿਮ ਕਾਲ ਹੈ ਕਿ ਜਦੋਂ ਜਿਹੜੇ ਅਨੁਭਵੀ ਲੇਖਕ ਨੇ ਉਹ ਨਵੇਂ ਲੇਖਕਾਂ ਨਾਲ ਜਾਂ ਨਵੇਂ ਲੇਖਕ ਆਪਣੀਆਂ ਰਚਨਾਵਾਂ ਪੜ੍ਹਨ ਤੇ ਉਹਦੇ ਬਾਰੇ ਉਹ ਗੱਲਬਾਤ ਕਰਨ। ਸੋ ਇਹ ਕੰਮ ਜ਼ਰੂਰ ਹੋ ਸਕਦੇ ਆ। ਦੂਆ ਸੰਕਟ ਕਾਲ 'ਚ ਪੱਤਰਕਾਰੀ ਬਹੁਤ ਵੱਡਾ ਰੋਲ ਪਲੇ ਕਰਦੀ ਆ, ਕੋਈ ਵਾਰਤਕ ਦੇ ਲੇਖ ਬਹੁਤ ਵੱਡਾ ਰੋਲ ਪਲੇ ਕਰਦੇ ਆ, ਕਵਿਤਾ ਵੀ ਬਹੁਤ ਵੱਡਾ ਰੋਲ ਪਲੇ ਕਰਦੀ ਆ। ਜਿਵੇਂ ਇਹਨਾਂ ਦਿਨਾਂ 'ਚ ਜੋ ਵੀ ਕਵਿਤਾਵਾਂ ਆਈਆਂ, ਤਿੱਦਾਂ ਬੰਦਾ ਆਪਣੀ ਬੰਦਿਆਂ ਦੀ ਇਕੱਲਤਾ ਟੁੱਟ ਜਾਂਦੀ ਆ ਕਿ ਕਵਿਤਾ ਪੜ੍ਹ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇਕੱਲੇ ਨਹੀਂ ਆ, ਵੀ ਕੋਈ ਹੋਰ ਵੀ ਆ ਜਿਹੜਾ ਸਾਡੇ ਵਾਂਗ ਉਦਾਸ ਹੈ, ਸੋਚ ਰਿਹਾ। ਸੋ ਸਾਡੇ ਇਕੱਲੇਪਨ ਨੂੰ ਤੋੜਨ ਲਈ ਸਾਹਿਤ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਸਾਡੇ ਲਈ ਉਹ ਇੱਕ ਪਨਾਹ ਵਾਂਗ ਹੁੰਦਾ ਔਰ ਇੱਕ ਪ੍ਰੇਰਨਾ ਵਾਂਗ ਸਾਹਿਤ ਹੁੰਦਾ। ਜੀ ਜੀ ਹਾਂ, ਹੋਰ ਕੋਈ ਦੋਸਤ ਜੋ ਕੋਈ ਸਵਾਲ ਪੁੱਛਣਾ ਚਾਹੁੰਦਾ ਸਰ ਨੂੰ? ਪਰਮਾਨੰਦ ਸ਼ਾਸਤਰੀ ਜੀ ਦਾ ਇੱਕ ਸਵਾਲ ਆ ਕਿ
ਵਰਤਮਾਨ ਸੰਕਟ ਸਾਹਿਤ ਦੀ ਦਸ਼ਾ ਦਿਸ਼ਾ ਨੂੰ ਪ੍ਰਭਾਵਿਤ ਕਰੇਗਾ? ਜ਼ਰੂਰ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਿਹੜੇ ਇਸ ਸੰਕਟ ਦੇ ਦੌਰਾਨ ਸਾਨੂੰ ਕੁਝ ਗੱਲਾਂ ਨੇ ਬਹੁਤ ਹੈਰਾਨ ਵੀ ਕੀਤਾ। ਯਾਨੀ ਖਾਸ ਕਰਕੇ ਇਹ ਵੀ ਸੀ ਹੈਰਾਨੀ ਕਿ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਸ਼ੁਰੂ 'ਚ ਵੀ ਕਿਹਾ ਕਿ ਬਹੁਤ ਲੋਕ ਬਿਮਾਰ ਹੋਏ ਤੇ ਦਿੱਲੀ ਦੀਆਂ ਖਬਰਾਂ ਸੀ ਕਿ ਹਸਪਤਾਲਾਂ ਵਿੱਚ ਉਹਨਾਂ ਦੇ ਲਈ ਬੈੱਡ ਨਹੀਂ ਹੈਗੇ, ਜੇ ਬੈੱਡ ਆ ਤਾਂ ਵੈਂਟੀਲੇਟਰ ਨਹੀਂ ਹੈਗੇ, ਯਾਨੀ ਕਿੱਦਾਂ ਉਹ ਰੁਲਦੇ ਆ। ਔਰ ਇਸ ਤਰ੍ਹਾਂ ਵੀ ਫਿਰ ਚਲੋ ਈਵਨ ਮੌਤ ਤੋਂ ਬਾਅਦ ਸ਼ਮਸ਼ਾਨ ਘਾਟ ਵੀ ਮ੍ਰਿਤਕ ਦੇਹਾਂ ਤੋਂ ਡਰਨ ਲੱਗੇ ਜਿਵੇਂ, ਔਰ ਸਾਡੇ ਲੋਕ ਡਰਨ ਲੱਗੇ। ਸੋ ਇਹ ਜਿਹੜੀਆਂ ਗੱਲਾਂ ਸੀ ਇਹਨਾਂ ਨੇ ਯਾਨੀ ਦੋ ਗੱਲਾਂ ਸਾਨੂੰ ਤੋਂ ਬਹੁਤ ਸੁਚੇਤ ਕਰਾਇਆ। ਇੱਕ ਤੇ ਹੈ ਕਿ ਅਸੀਂ ਜੋ ਸਾਡੀਆਂ ਸਰਕਾਰਾਂ ਨੇ, ਜਿਵੇਂ ਸ਼ੁਰੂ 'ਚ ਮੈਂ ਕਿਹਾ ਕਿ ਅਸੀਂ ਸਾਡੀਆਂ ਸਰਕਾਰਾਂ ਦਾ ਜਾਂ ਕੋਈ ਵੀ ਦੇਸ਼ ਆ ਕਿ ਉਹਨਾਂ ਦਾ ਇੰਨਾ ਖਰਚ ਜੰਗੀ ਸਮਾਨਾਂ ਤੇ ਆਉਂਦਾ, ਮਤਲਬ ਬਹੁਤ ਸਾਡੇ ਖਰਚ ਦਾ ਬਹੁਤ ਪਰਸੈਂਟੇਜ ਜਿਹੜੀ ਆ ਉਹ ਉੱਥੇ ਖਰਚ ਹੁੰਦੀ ਆ। ਜੇ ਉਹੀ ਸਾਡੇ ਹਸਪਤਾਲਾਂ ਦੇ ਖਰਚ ਹੋਵੇ ਜਾਂ ਕਿਰਤੀਆਂ ਕਾਮਾਂ ਦੇ ਖਰਚ ਹੋਵੇ, ਇੱਕ ਸਾਡੇ ਮਨ 'ਚ ਇਹ ਚੇਤਨਾ ਆਵੇਗੀ ਕਿ ਅਸੀਂ ਅੱਗੇ ਤੋਂ ਵੱਧ ਪੋਲੀਟੀਕਲੀ ਕੌਨਸ਼ੀਅਸ ਹੋਏ ਹਾਂ। ਸੰਕਟ ਦੇ ਦੌਰਾਨ ਸਾਰੇ ਕਵੀ ਇਸ ਕੋਲੋਂ ਬਹੁਤ ਸੁਚੇਤ ਹੋਏ ਆ ਕਿ ਚੰਗੀਆਂ ਸਰਕਾਰਾਂ ਦੀ, ਚੰਗੇ ਨਿਜ਼ਾਮ ਦੀ ਕਿੰਨੀ ਜ਼ਰੂਰਤ ਹੈ, ਔਰ ਕਿੰਨੀ ਜ਼ਰੂਰਤ ਹੈ ਕਿ ਅਸੀਂ ਇੱਕ ਦੁਨੀਆ 'ਚ ਇੱਕ ਅਦਾਲਤ ਹੋਵੇ, ਜਿਸ ਤਰ੍ਹਾਂ ਕਦੀ UNO ਸੀ, ਪਰ UNO ਦਾ ਆਪਣਾ ਰੋਲ ਪਲੇ ਕਰਕੇ ਸ਼ਾਇਦ ਉਹ ਹੁਣ ਆਬਸੋਲੀਟ ਹੋ ਚੁੱਕੀ ਹੈ। ਕਿ ਕਿਹੋ ਜੀ ਜਿਵੇਂ ਹੁਣ ਬਹੁਤ ਜੋ ਕਿ ਕਰੋਨਾ ਦਾ, ਲੇਕਿਨ ਚੀਨ ਤੇ ਭਾਰਤ ਉੱਥੇ ਜੂਝ ਰਹੇ ਆ, ਉੱਥੇ ਸਾਡੇ ਬੱਚੇ ਮਰ ਰਹੇ ਆ। ਤੋਂ ਇੱਕ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਣ ਦਾ ਮਤਲਬ ਇਹ ਹੈ ਕਿ ਜਿਹੜੀ ਦੁਨੀਆ ਹੈ ਕਿ ਆਲਮ ਹੈ ਕਿ ਇੱਕ ਆਲਮੀ ਅਦਾਲਤ ਚਾਹੀਦੀ ਆ, ਜਿਸ ਅਦਾਲਤ 'ਚ ਜਿਹੜੇ ਸਰਹੱਦਾਂ ਦੇ ਇਹੋ ਜਿਹੇ ਝਗੜੇ ਨੇ ਉਹ ਹੱਲ ਹੋਇਆ ਕਰਨ, ਨਾ ਕਿ ਅਸੀਂ ਜਾਣੀ ਹਥਿਆਰ ਚੁੱਕ ਕੇ ਲੜਨ ਲੱਗ ਪਏ। ਸੋ ਇਹ ਵੀ ਇੱਕ ਅਸੀਂ ਕਿਹੜੇ ਯੁੱਗ 'ਚ ਜੀ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ। ਸੋ ਕਿ ਸੰਕਟ ਕਾਲ ਸਾਡੇ ਸਾਹਿਤ ਨੂੰ ਵੀ ਅੱਗੇ ਤੋਂ ਬਹੁਤ ਸਿਆਣਾ ਤੇ ਸੁਚੇਤ ਕਰਕੇ ਜਾਊਗਾ, ਔਰ ਕਵੀ ਸਾਡੇ ਵਧੇਰੇ ਸਮਾਜਿਕ ਤੌਰ ਤੇ ਵੀ ਔਰ ਸਿਆਸੀ ਤੌਰ ਤੇ ਵੀ ਵੱਧ ਚੇਤਨ ਹੋ ਕੇ ਸਾਡੇ ਲਿਖਾਰੀ ਲਿਖਣਗੇ। ਜੀ ਕੋਈ ਹੋਰ ਦੋਸਤ ਜੋ ਕਿ ਸਵਾਲ ਕਰਨਾ ਚਾਹੁੰਦਾ? ਇੱਕ ਸਵਾਲ ਅਸੀਂ ਹੋਰ ਲਵਾਂਗੇ। ਹਾਂਜੀ ਪਲੀਜ਼। ਹੈਲੋ ਜੀ ਹੈਲੋ, ਹਾਂਜੀ ਬੋਲੋ ਜੀ, ਬੋਲੋ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਕੁਲਵਿੰਦਰ ਸ਼ੀਨਾ ਬੋਲਦੀ ਦੀਨਾਨਗਰ ਤੋਂ। ਜੀ ਮੈਮ, ਸਵਾਗਤ ਹੈ ਤੁਹਾਡਾ। ਪਾਤਰ ਸਾਹਿਬ ਨੂੰ, ਸੋਲ ਮੈਡਮ ਨੂੰ, ਤੁਹਾਨੂੰ ਸਰ ਸਤਿਕਾਰ, ਸਤਿ ਸ਼੍ਰੀ ਅਕਾਲ। ਪਾਤਰ ਸਾਹਿਬ, ਮੇਰੇ ਦਿਮਾਗ 'ਚ ਸਵਾਲ ਆ ਰਿਹਾ ਕਿ ਕਰੋਨਾ ਸੰਕਟ ਦੌਰਾਨ ਜਿਹੜੀ ਰਿਸ਼ਤਿਆਂ ਦੇ ਵਿੱਚ ਜਿਹੜਾ ਨਿਘਾਰ ਆਇਆ ਹੈ ਜਾਂ ਹਿਊਮਨ ਵੈਲਿਊਜ਼ ਦਾ ਜਿਹੜਾ ਕਤਲ ਹੋਇਆ, ਉਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ, ਕੀ ਸੋਚਦੇ ਹੋ, ਜਾਂ ਕੁਝ ਉਹਦੇ ਬਾਰੇ ਕੁਝ ਤੁਸੀਂ ਲਾਈਨਾਂ ਲਿਖੀਆਂ ਵੀ ਹੋਣ? ਹਾਂਜੀ ਦੇਖੋ, ਮੈਂ ਜਾਨੀ ਤੁਹਾਨੂੰ ਜਿਹੜੀ ਮਤਲਬ ਖਾਸ ਕਰ ਮੈਂ ਉਦੋਂ ਬੜਾ ਮੇਰੇ ਮਨ ਨੂੰ ਜਿਹੜੀ ਗੱਲ ਨੇ ਬਹੁਤ ਜਿਹੜੀ ਮੈਂ ਗੱਲ ਕਰ ਹੀ ਚੁੱਕਾ ਸੀ ਵੀ ਆਪਣੇ ਹੀ ਆਪਣਿਆਂ ਦੀਆਂ ਮ੍ਰਿਤਕ ਦੇਹਾਂ ਤੋਂ ਡਰਨ ਲੱਗੇ ਨਾ। ਤੋ ਇੱਕ ਗੱਲ ਮੈਂ ਏਦਾਂ ਮਹਿਸੂਸ ਕਰਦਾ ਕਿ ਬੇਸ਼ੱਕ ਯੁੱਗ ਕੋਈ ਵੀ ਹੋਵੇ, ਜਿਹੜਾ ਮਾਨਵ ਹੈ, ਅਸੀਂ ਮਾਨਵਤਾ ਨੂੰ ਇੱਕ ਅਧੂਰਾ ਪ੍ਰੋਜੈਕਟ ਮੰਨਦੇ ਹਾਂ ਕਿ ਮਾਨਵ ਅਜੇ ਸੰਪੂਰਨ ਮਾਨਵ ਨਹੀਂ ਹੋਇਆ। ਮਤਲਬ ਦੇਖੋ ਵੀ ਕਦੋਂ ਗੁਰੂ ਨਾਨਕ ਅੱਜ ਤੋਂ 550 ਸਾਲ ਬਾਅਦ, ਇਹ ਤੋਂ ਪਹਿਲਾਂ ਉਹਦੀ ਇੱਕ ਲਾਈਨ ਹੈ ਕਿ ਉਹ ਕਹਿੰਦੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮੀਤ ਰਿਹਾ ਨਾ ਕੋਈ। ਕਿ ਆਪਾਂ ਤਾਂ ਹੁਣ ਕਹਿ ਰਹੇ ਹਾਂ ਕਿ ਕੋਈ ਦੋਸਤ ਸੱਜਣ ਮਿੱਤਰ ਨਹੀਂ ਰਿਹਾ, ਲੇਕਿਨ ਉਹ ਅੱਜ ਤੋਂ ਇੰਨੇ ਸਾਲ ਪਹਿਲਾਂ ਕਿ ਕੋਈ ਸੱਜਣ ਮੀਤ ਨਹੀਂ ਰਿਹਾ। ਮਤਲਬ ਇਹ ਹੈ ਕਿ ਜਿਹੜੀ ਇੱਕ ਇਹ ਸਮੱਸਿਆ ਇੱਕ ਆਜ ਜੁਗਾਦੀ ਰਹੀ ਆ ਕਿ ਮਾਨਵ ਨੂੰ ਆਪਣੀ ਜਾਨ ਸਭ ਤੋਂ ਵੱਧ ਪਿਆਰੀ ਹੁੰਦੀ, ਜਾਂ ਆਪਣੇ ਪਿਆਰਿਆਂ ਦੀ ਜਾਨ। ਕਿ ਇਹ ਤਾਂ ਹੁੰਦਾ ਕਿ ਆਪਣੇ ਖੂਨ ਦੀ ਖਾਤਰ, ਆਪਣੇ ਧੀਆਂ ਪੁੱਤਰਾਂ ਦੀ ਖਾਤਰ ਬੰਦੇ ਜਾਨਾਂ ਕੁਰਬਾਨ ਕਰ ਦਿੰਦੇ ਆ, ਜਾਂ ਆਪਣੀ ਉਮਰ ਨੂੰ ਦੇਣ ਨੂੰ ਤਿਆਰ ਹੋ ਜਾਂਦੇ ਆ। ਲੇਕਿਨ ਬਾਕੀ ਬਹੁਤ ਵਾਰੀ ਏਦਾਂ ਹੁੰਦਾ ਕਿ ਆਪਣੇ ਹਿੱਤ ਲੋਕਾਂ ਨੂੰ ਪਿਆਰੇ ਹੁੰਦੇ ਆ। ਇਹ ਇੱਕ ਮਾਨਵ ਜਿਹੜੀ ਗੱਲ ਦੇ ਖਿਲਾਫ ਜਾਂ ਜਿਹੜੀ ਗੱਲ ਨੂੰ ਬਦਲਣ ਲਈ ਗੁਰਬਾਣੀ, ਸੂਫੀ, ਸਾਰੀ ਪੋਇਟਰੀ ਮਾਨਵਤਾ ਦੇ ਇਹਨਾਂ ਅਵਗੁਣਾਂ ਦੇ ਕਹਿੰਦੇ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇੱਕ ਅਸੀਂ ਮੰਨਦੇ ਕਿ ਇਹ ਬੰਦਿਆਂ ਦੇ ਵਿੱਚ ਅਵਗੁਣ ਨੇ। ਗੁਣ ਵੀ ਨੇ ਲੇਕਿਨ ਇਹ ਵੀ ਅਵਗੁਣ ਨੇ। ਸੋ ਇਹ ਤਾਂ ਇੱਕ ਸਾਡੀ ਇਸ ਤਰ੍ਹਾਂ ਦੀ ਲੜਾਈ ਆ ਮਾਨਵਤਾ ਨੂੰ ਇੱਕ ਮੁਕੰਮਲ ਮਾਨਵ ਬਣਾਉਣ ਦੀ ਲੜਾਈ, ਜਿਹੜੀ ਅਜੇ ਅਧੂਰੀ ਆ ਔਰ ਜਿਹੜੀ ਚੱਲ ਰਹੀ ਆ।
ਸੋ ਮੈਂ ਉਹਨੂੰ ਸਿਰਫ ਇਸ ਸਮੇਂ ਦੀ ਗੱਲ ਨਹੀਂ ਸਮਝਦਾ। ਸੋ ਇਹ ਇੱਕ ਸਮੇਂ ਦੀ ਸਮਝ ਲਓ ਕਿ ਇਹਨੂੰ ਮੈਂ ਇੱਕ ਮਾਨਵਤਾ ਦੇ ਇਤਿਹਾਸ ਦੀ ਗੱਲ ਹੀ ਸਮਝਦਾ। ਜੀ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਹਾਂਜੀ ਕੋਈ 1 ਮਿੰਟ ਆਪਣੇ ਕੋਲ ਹੋਰ ਹੈ? ਕੋਈ ਵੀ ਦੋਸਤ ਇੱਕ ਆਖਰੀ ਸਵਾਲ ਜੇ ਕੋਈ ਹੋਰ ਕਰਨਾ ਚਾਹੁੰਦਾ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਮੀਤਾ ਖੰਨਾ ਬੋਲ ਰਹੀ ਹਾਂ ਕੈਨੇਡਾ ਤੋਂ। ਜੀ ਮੈਮ, ਸਵਾਗਤ ਹੈ ਜੀ। ਸਭ ਤੋਂ ਪਹਿਲੇ ਤੇ ਬਹੁਤ ਰਿਸਪੈਕਟਡ ਫਾਦਰ ਸਾਹਿਬ ਨੂੰ ਬਹੁਤ ਰਿਸਪੈਕਟਡ ਸਤਿ ਸ਼੍ਰੀ ਅਕਾਲ, ਔਰ ਥੈਂਕ ਯੂ ਡਾਕਟਰ ਸੋਹਲ, ਤੁਸੀਂ ਮੈਨੂੰ ਇਨਕਲੂਡ ਕੀਤਾ ਇਸ ਗਰੁੱਪ ਵਿੱਚ। ਔਰ ਮੈਂ ਐਕਚੁਅਲੀ ਵੀਡੀਓ ਜਾਣ ਕੇ ਨਹੀਂ ਔਨ ਕਰ ਰਹੀ, ਤੇ ਜਸਟ ਮੈਂ ਕਿਹਾ ਗੱਲ ਸੁਣਨਾ ਜ਼ਰੂਰੀ ਹੈ। ਇਹ ਮੈਂ ਕੋਰੋਨਾ ਤੋਂ ਹਟ ਕੇ, ਤੁਹਾਡੀਆਂ ਗੱਲਾਂ ਬਹੁਤ ਪੋਜ਼ਿਟਿਵ ਹੈ, ਬੜਾ ਅੱਛਾ ਲੱਗਦਾ ਤੁਹਾਨੂੰ ਸੁਣਨਾ ਹਮੇਸ਼ਾ। ਕੋਰੋਨਾ ਤੋਂ ਹਟ ਕੇ ਇੱਕ ਛੋਟੀ ਜਿਹੀ ਗੱਲ ਮੈਂ ਸਵਾਲ ਪੁੱਛਣਾ ਚਾਹ ਰਹੀ ਸੀ ਕਿ ਮੈਂ ਦੇਖਦੀ ਹਾਂ ਕਿ ਅੱਜ ਕੱਲ ਬਹੁਤ ਲੋਕ ਕਵਿਤਾ ਲਿਖ ਰਹੇ ਨੇ, ਕਦੀ ਕਦੀ ਮੈਂ ਵੀ ਲਿਖਦੀ ਹਾਂ ਜੋ ਮੇਰੇ ਮਨ ਵਿੱਚ ਸੋਚ ਆਉਂਦੀ ਹੈ। ਤੁਸੀਂ ਕਹਿੰਦੇ ਹੋ ਨਾ ਦਿਲ ਦੀ ਗੱਲ ਲਿਖਦਾ ਕਵੀ, ਆਪਣੇ ਜਜ਼ਬਾਤ ਲਿਖਦਾ ਜੋ ਅਹਿਸਾਸ ਹੁੰਦੇ ਹੈ। ਕਿਉਂਕਿ ਜਦੋਂ ਅਸੀਂ ਕਾਫੀ ਪੜ੍ਹ ਰਹੇ ਹੁੰਦੇ ਹਾਂ, ਸੁਣ ਰਹੇ ਹੁੰਦੇ ਹਾਂ, ਕਿ ਦਿਲ ਕਰਦਾ ਹੈ ਕਿ ਕੁਝ ਆਪਣੀ ਗੱਲ ਨੂੰ ਆਪਣੀ ਕਲਮ ਨਾਲ ਲਿਖ ਦਈਏ, ਪਰ ਉਹਨੂੰ ਬਹੁਤ ਜ਼ਿਆਦਾ ਸਾਡੀ ਕਮਿਊਨਿਟੀ 'ਚ ਸ਼ਾਇਦ ਅਸੈਪਟੈਂਸ ਦੀ ਪ੍ਰੋਬਲਮ ਹੈਗੀ ਹੈ, ਕਿਧਰੇ ਨਾ ਕਿਧਰੇ ਬਹੁਤ ਜ਼ਿਆਦਾ ਜਲਦੀ ਅਸੈਪਟ ਨਹੀਂ ਕੀਤਾ ਜਾਂਦਾ ਕਈ ਲੋਕਾਂ ਦੁਆਰਾ। ਕਿਉਂਕਿ ਮੈਂ ਅਕਸਰ ਸੁਣਦੀ ਹਾਂ ਕਿ ਦੇਖੋ ਜਿਹਨੂੰ ਦੇਖੋ ਕਵੀ ਬਣਿਆ ਪਿਆ, ਜਣਾ ਖਣਾ ਕਵੀ ਕਵਿਤਾ ਲਿਖਣਾ ਸ਼ੁਰੂ ਹੋ ਗਿਆ। ਮੈਂ ਸਿਰਫ ਤੁਹਾਡੇ ਇਸ ਬਾਰੇ ਕੀਮਤੀ ਵਿਚਾਰ ਜਾਨਣਾ ਚਾਹੁੰਦੀ ਹਾਂ, ਤਾਂ ਕਿ ਮੈਨੂੰ ਲੱਗੇ ਕਿ ਮੈਂ ਮੋਟੀਵੇਟਡ ਹੀ ਰਵਾਂ ਔਰ ਇੰਸਪਾਇਰਡ ਹੀ ਰਵਾਂ। ਜੀ ਪਾਤਰ ਸਾਹਿਬ, ਕਿ ਜਦੋਂ ਮੈਂ ਕਾਲਜ 'ਚ ਇੱਕ ਪੂਰਾ ਖਰੜਾ ਬਣਾ ਕੇ 12ਵੀਂ 13ਵੀਂ 'ਚ ਆਪਣੇ ਅਧਿਆਪਕ ਕੋਲ ਲੈ ਗਿਆ, ਸੁਰਜੀਤ ਸਿੰਘ ਸੇਠੀ ਕੋਲ। ਜੀ ਮੈਨੂੰ ਕਹਿੰਦੇ ਇਹ ਨਹੀਂ ਤੂੰ ਅਜੇ ਛਾਪਣਾ, ਜੇ ਤੂੰ ਅਜੇ ਛਾਪ ਦੇਂਗਾ ਤੇ ਤੂੰ ਫਿਰ ਹੋਰ 5 ਸਾਲ ਬਾਅਦ ਇਹਨੂੰ ਡਿਸਓਨ ਕਰੇਗਾ ਕਿ ਮੈਂ ਕੀ ਛਾਪ ਦਿੱਤਾ। ਤੋ ਇੱਕ ਤਾਂ ਮੈਂ ਛਪਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ, ਕਿ ਜਿੱਦਾਂ ਹੁਣ ਜਦੋਂ ਮੈਨੂੰ ਯਾਦ ਹੈ ਕਿ ਡਾਕਟਰ ਹਰਭਜਨ ਸਿੰਘ ਹੋਣਾ ਕਹਿੰਦੇ ਮੈਂ ਆਪਣੀ ਕਿਤਾਬ ਮੇਰੇ ਖਿਆਲ 33 34 ਸਾਲ ਦੀ ਉਮਰ ਛਾਪੀ, ਤੇ ਮੇਰੀਆਂ ਅਣਛਪੀਆਂ ਕਵਿਤਾਵਾਂ ਇੰਨੀਆਂ ਸੀਗੀਆਂ, ਤੇ ਔਰ ਮੈਂ ਉਹਨਾਂ ਚੋਂ ਬਹੁਤ ਥੋੜੀਆਂ ਚੁਣੀਆਂ। ਸੋ ਇੱਕ ਤਾਂ ਇਹ ਗੱਲ ਹੈ ਕਿ ਸਾਹਿਤ ਨੂੰ ਛਪਣ ਦਾ ਜਾਨੀ ਕੋਈ ਵਕਤ ਸੀਗਾ ਕਿ ਜਿਵੇਂ ਵਾਰਿਸ ਸ਼ਾਹ ਨੇ ਹੀਰ ਲਿਖੀ ਤਾਂ ਉਹਨੇ ਪ੍ਰਕਾਸ਼ਿਤ ਨਹੀਂ ਕੀਤੀ ਸੀ, ਸਿਰਫ ਹੋਇਆ ਕਿ ਜਿਹਨੂੰ ਚੰਗੀ ਲੱਗੀ ਉਹ ਉਹਦੀ ਕਾਪੀ ਕਰਕੇ ਲੈ ਆਇਆ, ਉਹਦੇ ਉਤਾਰੇ ਹੋ ਗਏ, ਉਹ ਉਤਾਰਿਆਂ ਰਾਹੀਂ ਹੀ ਫੈਲੀਆਂ। ਫਿਰ ਪ੍ਰਿੰਟ ਆਇਆ ਤਾਂ ਪ੍ਰਿੰਟਿੰਗ 'ਚ ਪਬਲਿਸ਼ਰ ਆਏ, ਉਹਨੇ ਕਿਹਾ ਵੀ ਕਿ ਆਹ ਮੇਰੀ ਕਿਤਾਬ ਛਾਪੋ। ਪਬਲਿਸ਼ਰ ਆਪਣੇ ਕੋਲ ਇੱਕ ਸਲਾਹਕਾਰ ਰੱਖਦੇ ਸੀਗੇ, ਜਿਵੇਂ ਅਸੀਂ ਕਹਿੰਦੇ ਵੀ ਅੰਗਰੇਜ਼ੀ ਕਵਿਤਾ 'ਚ ਐਲੀਅਟ ਸਲਾਹਕਾਰ ਸੀਗਾ ਫੇਬਰ ਐਂਡ ਫੇਬਰ ਦਾ, ਕਿ ਜੇ ਕੋਈ ਕਵੀ ਆਇਆ ਤੁਸੀਂ ਦੱਸਣੀ ਇਹ ਕਿਤਾਬ ਛਾਪਣ ਵਾਲੀ ਆ, ਤੇ ਉਹਨੇ ਕਹਿਣਾ ਹਾਂ ਇਹ ਛਾਪ ਦਿਓ। ਲੇਕਿਨ ਹੁਣ ਇੱਕ ਤਾਂ ਕਿ ਪ੍ਰਕਾਸ਼ਕ ਸਾਡੇ ਪ੍ਰਕਾਸ਼ਕ ਨਾਲ ਰਹਿ ਕੇ ਪ੍ਰਿੰਟਰ ਹੀ ਬਣ ਗਿਆ। ਕੀ ਬਾਤ, ਬਹੁਤ ਸਾਰਾ ਸਾਹਿਤ ਛਪ ਰਿਹਾ ਜਿਹੜਾ ਕਿ ਥੋੜਾ ਉਡੀਕ ਕਰ ਸਕਦਾ ਹੁੰਦਾ ਜੀ, ਕਿ ਉਹਨੂੰ ਉਹ ਥੋੜਾ ਹੋਰ ਪੱਕ ਜਾਵੇ ਤਾਂ ਬਹੁਤ ਵਧੀਆ ਸਾਹਿਤ ਬਣ ਸਕਦਾ। ਸੋ ਇੱਕ ਤਾਂ ਇਹ ਹੈ ਕਿ ਮੇਰੇ ਖਿਆਲ 'ਚ ਹੈ ਕਿ ਥੋੜੀ ਜਿਹੀ ਜਿਹੜੀਆਂ ਆਪਣੀਆਂ ਕਵਿਤਾਵਾਂ ਪਹਿਲਾਂ ਆਪਣੇ ਲੋਕਾਂ 'ਚ ਸ਼ੇਅਰ ਕਰੋ, ਜਾਂ ਮੈਗਜ਼ੀਨਾਂ 'ਚ ਰਸਾਲਿਆਂ 'ਚ ਛਪਵਾਓ, ਤਾਂ ਫਿਰ ਸ਼ਾਇਦ ਇਧਰ ਕਵਿਤਾਵਾਂ ਕਿਤਾਬ ਪੁਸਤਕ ਵੱਲ ਉਦੋਂ ਆਉਣਾ ਚਾਹੀਦਾ। ਤੋ ਲੇਕਿਨ ਮੇਰਾ ਕਿ ਲਿਖਦੇ ਜ਼ਰੂਰ ਰਹੋ, ਤਾਂ ਕਈ ਵਾਰੀ ਆਪਾਂ ਦੁਬਾਰਾ ਹੀ ਆਪਣੀ ਕਵਿਤਾ 2 ਸਾਲ ਬਾਅਦ ਪੜ੍ਹੀ, ਆਪਾਂ ਕਹਿੰਦੇ ਕਿ ਨਹੀਂ ਇਹਨੂੰ ਮੈਂ ਇੱਥੋਂ ਇੱਦਾਂ ਠੀਕ ਕਰ ਸਕਦਾ, ਜਾਂ ਇਹ ਮੈਨੂੰ ਨਹੀਂ ਚੰਗੀ ਲੱਗਦੀ। ਸੋ ਲਿਖਣਾ ਨਾ ਬੰਦ ਕਰਿਓ, ਕਿ ਜੇ ਪ੍ਰਵਾਨਗੀ ਨਹੀਂ ਆ ਤਾਂ ਵੀ ਦਿਲ ਦੀ ਗੱਲ ਜ਼ਰੂਰ ਲਿਖਦੇ ਰਹੋ, ਉਹਨੂੰ ਲਿਖ ਕੇ ਰੱਖੀ ਜੋ, ਕੀ ਪਤਾ ਉਹ 'ਚ ਕਦੋਂ ਬਹੁਤ ਵਧੀਆ ਕਵਿਤਾ ਲਿਖੀ ਜਾਵੇ, ਔਰ ਉਹ 'ਚ ਬਹੁਤ ਵਧੀਆ ਕਵਿਤਾਵਾਂ ਤੁਹਾਡੇ ਉਹ ਲਿਖੀਆਂ ਤੋਂ ਨਿਕਲ ਆਉਣ। ਸੋ ਲਿਖਣਾ ਕਦੀ ਨਹੀਂ ਬੰਦ। ਜੀ ਬਹੁਤ ਬਹੁਤ ਸ਼ੁਕਰੀਆ। ਇਹ ਮੇਰੇ ਖਿਆਲ ਕਾਫੀ ਲੋਕਾਂ ਦੇ ਦਿਲਾਂ 'ਚ ਸਵਾਲ ਹੋਏਗਾ, ਪਰ ਮੈਂ ਛੱਪਣ ਦੀ ਗੱਲ ਨਹੀਂ ਸੀ ਕਰ ਰਹੀ, ਮੈਂ ਸਿਰਫ ਲਿਖਣ ਦੀ ਗੱਲ ਕਰਦੀ ਸੀ। ਜੀ ਥੈਂਕ ਯੂ ਸੋ ਮਚ। ਮੈਂ ਸੋਹਲ ਮੈਡਮ ਨੂੰ ਬੇਨਤੀ ਕਰਦਾ ਜੀ, ਹੁਣ ਇੱਕ ਵਾਰੀ ਧੰਨਵਾਦੀ ਸ਼ਬਦ ਜਿਹੜੇ ਦੋਸਤਾਂ ਨੇ ਧੰਨਵਾਦ ਕੀਤਾ ਜਾਂ ਜਿਨ੍ਹਾਂ ਵੱਲੋਂ ਤੁਸੀਂ ਕਰਨਾ ਚਾਹੁੰਦੇ ਹੋ, ਪਲੀਜ਼ ਉਹ ਨਾ ਪੜੋ, ਤੇ ਉਸ ਤੋਂ ਬਾਅਦ ਆਪਾਂ ਫਿਰ ਸਮਾਪਤੀ ਵੱਲ ਵਧੀਏ। ਜੀ ਜੀ, ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਪਾਤਰ ਸਾਹਿਬ ਦਾ, ਕਿ ਅੱਜ ਤੁਹਾਨੂੰ ਵੇਖ ਕੇ ਮਿਲ ਕੇ ਬਹੁਤ ਵਧੀਆ ਲੱਗਾ, ਔਰ ਸਾਡੇ ਨਾਲ ਅੱਜ ਕੈਨੇਡਾ, ਗੁਰਦਾਸਪੁਰ, ਦੀਨਾਨਗਰ ਤੋਂ ਬਹੁਤ ਸਾਰੇ ਸਾਡੇ ਅੱਜ ਪਾਠਕ ਦਰਸ਼ਕ ਸਾਡੇ ਨਾਲ ਸ਼ਾਮਲ ਹੋਏ ਨੇ, ਜਿਨ੍ਹਾਂ ਦੇ ਵਿੱਚ ਸ਼੍ਰੀ ਰਾਮ ਅਰਸ਼ ਜੀ, ਰਣਜੀਤ ਕੌਰ ਬਾਜਵਾ ਜੀ, ਚਾਹਲ ਜਗਪਾਲ, ਸਤਗੁਰ ਸਿੰਘ, ਕਮਲਜੀਤ ਕਮਲ, ਸੁਰਿੰਦਰ ਰਮੇਸ਼ ਸਚਦੇਵਾ, ਰਣਦੀਪ ਸੰਗਤਪੁਰੀਆ, ਨਗਿੰਦਰ ਢਿੱਲੋਂ, ਸਿਮਰਜੀਤ ਕੌਰ, ਦਰਸ਼ਨ ਜੋਗਾ ਜੀ ਲਗਾਤਾਰ ਨਿਰੰਤਰ ਸਾਡੇ ਨਾਲ ਨੇ, ਨਰਿੰਦਰ ਸਿੰਘ ਮਿਜਾਜ਼,
फिर कुलदीप सिंह, दलजीत चाना, राजविंदर जटाना, सुखदर्शन कौर, संदीप जसवाल, जसविंदर कुमार, रंजीत कौर बाजवा, विजय कक्कड़, मनजीत पुरी, गुरप्रीत नंदगढ़, हरजीत सिंह, नीलू संघा और नीना बवाली, मनी सिद्धू, निर्लेप कौर सेखों, धर्मिंदर सिंह उब्बा, गुरमीत सिंह गुरदासपुर तो, अमनदीप, परमजीत विर्क, जगमोहन सिंह विर्क, छिंदर कौर सरसा तो, गुरबरिंदर धालीवाल, गुरभगत सिद्धू, विक्रमजीत सिंह, मनजिंदर नूरपुर, हरजीत सिंह, डॉक्टर फकीर चंद शुक्ला, बरजिंदर चौहान, नीलू बग्गा, हरनीत कौर, गुरमीत कड़ियालवी, परमानंद शास्त्री, वरुण शान, सदीक कंग, रिंपल कौर, दीप्ति श्याम, गुरबाज सिंह, इरादीप, दलजीत कौर भवानीगढ़ तो, मीनाक्षी मनहर, जगमोहन सिंह विर्क, पवनप्रीत खैरा, रिंपी कौर, पवन सुरिंदरप्रीत घणिया ते मीत खन्ना जी कैनेडा तो इस तो बिना होर भी ने ਜਿਹੜੇ ਜਿਨ੍ਹਾਂ ਦੇ ਮੈਸੇजेस ਨਹੀਂ ਗਏ, ਇਹ ਉਹ ਨੇ ਨਾਮ ਮੈਂ ਜਿਨ੍ਹਾਂ ਦੇ ਬੋਲੇ ਨੇ, ਜਿਨ੍ਹਾਂ ਨੇ ਕੋਈ ਨਾ ਕੋਈ ਸੁਨੇਹਾ ਸਾਨੂੰ ਭੇਜਿਆ। ਅਮਨਸੀਤ ਸਿੰਘ ਨੇ, ਜਗਮੋਹਨ ਸਿੰਘ ਵਿਰਕ ਨੇ, ਡਾਕਟਰ ਅਮਨ ਵਾਤਿਸ਼, ਕੁਲਦੀਪ ਸਿੰਘ ਵੜੈਚ ਹੁਣ ਵੀ ਨੇ ਸਾਡੇ ਨਾਲ ਜਿਹੜੇ ਨੇ। ਸੋ ਬਹੁਤ ਸਾਰੇ ਸੁਨੇਹਾ, ਬਹੁਤ ਸਾਰਾ ਪਿਆਰ, ਬਹੁਤ ਸਾਰੀ ਮੁਹੱਬਤ ਤੁਹਾਡੇ ਸਾਰਿਆਂ ਵੱਲੋਂ ਔਰ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਵੀ ਹੈ ਤੇ ਧੰਨਵਾਦ ਵੀ ਹੈ। ਸੁਰੱਖਿਅਤ ਰਹੋ, ਖੁਸ਼ ਰਹੋ ਤੇ ਚੜ੍ਹਦੀ ਕਲਾ ਚ ਰਹੋ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਰਬਜੀਤ ਸੋਹਲ ਮੈਡਮ। ਪਾਤਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਇਸ ਵਰਚੁਅਲ ਸੰਸਾਰ ਰਾਹੀਂ ਇਹਦੀ ਤਾਕਤ ਰਾਹੀਂ ਅਸੀਂ ਪੂਰੀ ਦੁਨੀਆ ਦੇ ਵਿੱਚ ਪਹੁੰਚੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਕਿਸੇ ਪੱਖੋਂ ਵੀ ਇਹ ਉਮੀਦ ਨਹੀਂ ਕਰ ਸਕਦੇ ਸੀ ਜੇ ਅਸੀਂ ਕਿਤੇ ਵੀ ਇਹ ਪ੍ਰੋਗਰਾਮ ਕਰਾਉਂਦੇ ਤਾਂ ਇੰਨੇ ਲੋਕ, ਇੰਨੇ ਦੂਰ ਦੂਰ ਤੋਂ ਲੋਕ ਸਾਡੇ ਨਾਲ ਸ਼ਾਮਲ ਹੋ ਸਕਦੇ। ਪੰਜਾਬ ਦੇ ਵਿੱਚੋਂ, ਪੰਜਾਬ ਤੋਂ ਬਾਹਰੋਂ, ਦੇਸ਼ ਪ੍ਰਦੇਸ਼ ਤੋਂ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਅੱਜ ਤੁਹਾਨੂੰ ਉਹਨਾਂ ਨੇ ਇਸ ਵਰਚੁਅਲ ਖਿੜਕੀ ਰਾਹੀਂ ਤੁਹਾਨੂੰ ਮਾਣਿਆ। ਆਖਰੀ ਕਮੈਂਟ ਪਾਤਰ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ? ਦੋ ਸ਼ਬਦ ਉਸ ਤੋਂ ਬਾਅਦ ਆਪਾਂ ਇਸ ਨੂੰ ਬੰਦ ਕਰੀਏ ਪਲੀਜ਼। तो बहुत शुक्रिया। एक गल मैं भुल गया सी, मैं नरेंद्रपाल होरां ने मेरे तो पहला कवितावां पढ़ियां, मैनूं बड़ियां अच्छियां लगियां, बड़ियां सज्जरापन सी उन्हां 'च और अपने उन्हां दे मन दे विवेक और भावना दोनों बड़ी मैनूं अच्छा लगा उन्हां नूं सुनना। तो उन्हां नूं मैं मुबारकबाद दिंदा और आशीर्वाद दिंदा बहुत बहुत। और दूसरा यह है कि मैनूं बहुत अच्छा लगा कि वाकई ਜਿਹੜੇ ਜਿੱਦਾਂ ਮੈਂ ਕਦੀ ਕਿਹਾ ਸੀ ਵੀ ਇੱਕ ਦਰਵਾਜ਼ਾ ਬੰਦ ਹੋਵੇ ਤਾਂ 100 ਦਰਵਾਜ਼ੇ ਖੁੱਲਣ। ਨਜ਼ਰਾਂ ਨਿਖਰ ਜਾਂਦੀਆਂ ਨੇ ਜਦ ਸਿਮ ਕੇ ਹੰਝੂ ਡੁੱਲਣ। ਹਾਂ, ਤੋਂ ਇਹ ਕਿ ਜਿਵੇਂ ਸਾਨੂੰ ਉੱਦਾਂ ਮਿਲਣਾ ਸਾਡਾ ਬੰਦ ਹੋ ਗਿਆ, ਲੇਕਿਨ ਅਸੀਂ ਹੁਣ ਜ਼ੂਮ ਤੇ ਕਿਹਨੂੰ ਮਿਲ ਰਹੇ ਹਾਂ, ਜਿਵੇਂ ਕੈਨੇਡਾ ਤੋਂ ਗੁਰਮੀਤ ਹੋਣਾ, ਗੁਰਦਾਸਪੁਰ ਤੋਂ। ਸੋ ਇਹ ਇੱਕ ਜ਼ੂਮ ਦਾ ਬੂਮ ਹੈ, ਇਹ ਸਾਡੇ ਲਈ ਕਿਸੇ ਤੋਂ ਕੋਈ ਚੀਜ਼ ਖੁਸ਼ੀ ਹੈ ਪਰ ਸਾਨੂੰ ਇੱਕ ਚੀਜ਼ ਮਿਲ ਗਈ। तो सो मैं बहुत शुक्रगुजार हाँ। सो कई गल्लां सवाल पुछो तां ही अंदरों निकलदियां, जिवें हुंदा सी भी पिंडां 'च कोई डोल डिग पैना ते कुंडा पाउणा कि साडा डोल डिग पिया, कड्डो खूह चों। सो खूह ਦੀਆਂ ਗੱਲਾਂ ਵੀ ਕਈ ਵਾਰੀ ਸਵਾਲ ਪੁੱਛੋ ਤਾਂ ਨਿਕਲ ਆਉਂਦੀਆਂ। ਸੋ ਦੀਪ ਦੇ ਸਵਾਲ ਵੀ ਵਧੀਆ ਹੁੰਦੇ ਆ ਹਮੇਸ਼ਾ। ਸੋ ਇੱਕ ਵਾਰ ਮੈਂ ਫੇਰ ਸ਼ੁਕਰਗੁਜ਼ਾਰ ਹਾਂ ਔਰ ਮੈਡਮ ਜੀ ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ ਜੀ। ਧੰਨਵਾਦ ਸਾਰਿਆਂ ਦਾ। ਇਸੇ ਤਰ੍ਹਾਂ ਬਣੇ ਰਹੋ। ਕੱਲ ਆਪਣੇ ਨਾਲ ਬਹੁਤ ਮਹੱਤਵਪੂਰਨ ਸ਼ਖਸੀਅਤ ਆ ਰਹੇ ਨੇ, ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ, ਜਿਨ੍ਹਾਂ ਨੇ ਪੂਰੇ ਲਾਕਡਾਊਨ ਦੇ ਦੌਰਾਨ ਸਾਡੀ ਸਿਹਤ ਨਾਲ ਸੰਬੰਧਿਤ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਆਰਟੀਕਲ ਲਿਖੇ। ਬਹੁਤ ਸਾਰੇ ਮਸਲਿਆਂ ਤੇ ਉਹ ਸਾਡੇ ਨਾਲ ਕੱਲ ਗੱਲਬਾਤ ਕਰਨਗੇ, ਖਾਸ ਤੌਰ ਤੇ ਹੈਲਥ ਦੇ ਨਾਲ ਜੁੜੇ ਹੋਏ ਮਸਲੇ, ਵੈਕਸੀਨਾਂ ਨਾਲ ਜੁੜੇ ਹੋਏ ਮਸਲੇ ਤੇ ਜਿਹੜੇ ਟੈਨਸ਼ਨ, ਡਿਪਰੈਸ਼ਨ, ਇਹੋ ਜਿਹੇ ਹੋਰ ਬਹੁਤ ਸਿਹਤ ਨਾਲ ਸੰਬੰਧਿਤ ਬਹੁਤ ਸਾਰੇ ਇਸ਼ੂ ਉਹ ਸਾਡੇ ਨਾਲ ਡਾਕਟਰ ਸ਼ਿਆਮ ਸੁੰਦਰ ਦੀਪਤੀ ਤੇ ਕਵੀ ਦੇ ਤੌਰ ਤੇ ਹਰਭਗਵਾਨ ਚਾਵਲਾ ਜੀ ਸਾਡੇ ਨਾਲ ਹੋਣਗੇ। ਸੋ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਆਪਾਂ 24 ਘੰਟੇ ਦੀ ਬ੍ਰੇਕ ਤੋਂ ਬਾਅਦ ਕੱਲ ਇਸੇ ਵਕਤ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਸ਼ੁਕਰੀਆ। ਸ਼ੁਕਰੀਆ ਸਰ।